श्री वाहिगुरु साहिब जी। रामकली महला पंजवा। जो तिस भावै सो थिया, सदा सदा हर की सरनाई। प्रभ बिन नाही आन बिया, जो तिस भावै सो थिया। वाहिगुरु जी का खालसा, वाहिगुरु जी की फतेह। कोट ब्रह्मंडां दे मालक, जुग जुग अटल शब्दा अवतार। दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़ मिल बैठी गुरु रूप गुरु खालसा साध संगत जीओ। आओ बड़े प्यार और सत्कार दे नाल अमृत बाणी हर हर तेरी, सुन सुन होवे परमगत मेरी। जलन बुझी शीतल हुए मनुआ, सतगुर का दर्शन पाए जियो। सतगुरां दी पवित्र अमृत बाणी दी कथा विचार व्याख्या सो सरवण करके लाहा प्राप्त करो। जो गुरमुख ਹਨ ਉਹ ਪੰਜੇ ਤੱਤਾਂ ਦੀ ਧਾਰਨਾ, ਜਿਸ ਤਰ੍ਹਾਂ ਜਿਹੜਾ ਪਾਣੀ ਹੈ, ਪਾਣੀ ਚੱਲੇ ਨੀਵਾਨ ਨੂੰ ਹਮੇਸ਼ਾ ਹੀ ਨੀਵੇਂ ਪਾਸੇ ਨੂੰ ਚੱਲਦਾ ਹੈ। इस तरह गुरमुख निमरता रखते ने। जो हवा है वो अमीर गरीब सबना नूं एक समान लगती है। गंदियां चंगियां जगह ते एक बराबर जाती है। इस तरह गुरमुखां दी एक समान बिरती है। जिहड़ी अग है, अग का भी ये सुभाव है। उन्हें कदी नहीं आख्या भी मैं कोठी वालियां नूं परौंठे खवाने ने, झुग्गी वालियां नूं मैं प्रशादा नहीं छकाउणा। वो झुग्गी च भी बलदी है, अमीरां दे घर भी बलदी है, सब लंगर पका रही है। जठराग्नि भोजन नूं पचा रही है। इयों जो भी कोई उहदे पास जांदा सुते सुते दी ठंड नाश हो जाती है। इयों ब्रह्म ज्ञानी गुरसिख की अवस्था है, सारे भरोस आउंदे हन। अते जिस तरह धरती जिहड़ी है को खोदे को चंदन लेप, भावें कोई उन्होंने पुट्टे तो भावें कोई चंदन का लेप करे, पुट्टन वाली नूं श्राप नहीं दिंदी, चंदन के लेप वाली नूं वर नहीं दिंदी। इयों गुरसिख की अवस्था। कोई निंदिया करी जाए, बुरा करी जाए, उन्होंने श्राप नहीं। जे कोई सत्कार करे उन्होंने वर नहीं। सुते से पंजे तत्तां दी धारना धारते ने। पंजे साधन गुरु घर आके गुरुद्वारे हर कीर्तन सुनिए। सतगुरु भेट हर जस मुख बणीए। कन्ना नाल कथा सुनदे, कीर्तन सुनदे, मुख दे नाल उचारदे ने, मनन करदे ने, निध्यासन करदे ने। इत्यादिक सबना साजां नूं जग दा ईश्वर परमेश्वर आप ही करदा होया उन्हां गुरमुखां नूं प्रतीत हो रहा है।
ਹਾਰ ਅਣ ਠਗਦਾ ਠਾਗੈ। ਪਹਿਲਾਂ ਜੋ ਠੱਗਣ ਵਾਲੇ ਕਾਮ ਕ੍ਰੋਧ ਆਦਿਕ ਵਿਕਾਰ ਸ਼ੁਭ ਗੁਣਾਂ ਨੂੰ ਠੱਗਦੇ ਰਹਿੰਦੇ ਸੀ, ਹੁਣ ਜੀਵ ਸੱਚ ਸਰੂਪ ਸਵੈ ਸਰੂਪ ਨੂੰ ਪਾ ਕੇ ਅਣਠੱਗ ਹੋ ਗਿਆ। ਭਾਵ ਹੁਣ ਇਸ ਨੂੰ ਕੋਈ ਠੱਗ ਨਹੀਂ ਸਕਦਾ ਹੈ। ਬਿਨ ਵਖਰ ਫਿਰ ਫਿਰ ਉਠ ਲਾਗੈ। ਪਹਿਲਾਂ ਜੀਵ ਫਿਰ ਮੁੜ ਉੱਠ ਕੇ ਪਦਾਰਥਾਂ ਦੇ ਵਿੱਚ ਲੱਗਦਾ ਸੀ, ਪਰੰਤੂ ਹੁਣ ਪਦਾਰਥਾਂ ਆਤਮਾਨੰਦ ਰੂਪੀ ਲਾਭਦਾਇਕ ਸੌਦੇ ਤੋਂ ਬਗੈਰ ਸਮਝ ਲਏ ਨੇ। ਭਾਵ ਪਦਾਰਥ ਮਿਥਿਆ ਨਿਸ਼ਚੈ ਕਰ ਲਏ ਹਨ, ਇਸ ਲਈ ਇਹਨਾਂ ਦਾ ਤਿਆਗ ਕਰ ਦਿੱਤਾ ਮਨ ਤੋਂ। ਅੰਤ ਸਭਾ ਮਿਲ ਕਰਹੁ ਬਖਿਆਣ। ਸੰਤਾਂ ਦੀ ਸਭਾ ਹੈ। ਇਹਨਾਂ ਗੁਰੂ ਘਰ ਦੇ ਵਿੱਚ ਸੰਤਾਂ ਮਹਾਤਮਾ ਜਿਨ੍ਹਾਂ ਦੀ ਇਕੱਤਰਤਾ ਨਾਲ ਮਿਲ ਕੇ ਪਰਮੇਸ਼ਰ ਦਾ ਵਖਿਆਨ ਕਥਾ ਕੀਰਤਨ ਕਰਨਾ ਸੁਣਨਾ ਚਾਹੀਦਾ ਹੈ, ਕਿਉਂਕਿ ਗੁਰਦੁਆਰਾ ਸਾਹਿਬ ਤੋਂ ਇਲਾਵਾ ਕਿਤੇ ਵੀ ਕਿਸੇ ਦੁਕਾਨ ਦੇ, ਕਿਸੇ ਦੇ ਮਕਾਨ ਵਿੱਚ, ਕਿਸੇ ਸਾਥ ਵਿੱਚ ਚਲੇ ਜਾਓ, ਰੱਬ ਦੇ ਘਰ ਦੀ ਗੱਲ ਤਾਂ ਬੜੀ ਦੂਰ ਦੀ ਹੈ, ਕੋਈ ਭਲੇ ਦਾ ਬਚਨ ਨਹੀਂ ਸੁਣਨ ਨੂੰ ਮਿਲਦਾ। ਨਿੰਦਿਆ ਚੁਗਲੀ ਈਰਖਾ ਦੁਆਸ਼ ਦੀਆਂ ਗੱਲਾਂ ਬਾਤਾਂ, ਉਹ ਮਾੜਾ ਉਹ ਚੰਗਾ। ਇਸ ਲਈ ਇਹ ਜੋ ਵਖਿਆਨ ਹੈ ਪਰਮੇਸ਼ਰ ਸੰਬੰਧੀ, ਪਾਰ ਬ੍ਰਹਮ ਹੁਆ ਸਹਾਈ, ਕਥਾ ਕੀਰਤਨ ਸੁਖਦਾਈ, ਇਹ ਕੇਵਲ ਪ੍ਰਭੂ ਦੀ ਸਹਾਇਤਾ ਦੇ ਨਾਲ ਗੁਰੂ ਘਰ ਦੇ ਵਿੱਚੋਂ ਹੀ ਪ੍ਰਾਪਤ ਹੁੰਦਾ। ਇਸ ਲਈ ਮਹਾਰਾਜ ਦੇ ਚਰਨਾਂ ਵਿੱਚ ਆਓ ਤੇ ਇਹ ਵਖਿਆਨ ਜ਼ਰੂਰੀ ਸਰਵਣ ਕਰੋ। ਅਰਥਾਤ ਸ਼ਾਸਤਰਾਂ ਅਨੁਸਾਰ ਵਖਿਆਨ ਦੇ 6 ਅੰਗ ਹੁੰਦੇ ਹਨ। ਪਹਿਲਾ ਹੁੰਦਾ ਹੈ ਪਦ ਛੇਦ ਕਰਨਾ, ਅੱਖਰਾਂ ਨੂੰ ਸੰਧੀ ਨਾਲ ਸੰਯੁਕਤ ਕਰਕੇ ਕਵਿਤਾ ਦਾ ਤਾਲਮੇਲ ਮਾਤਰਾ ਬਣਾਈਆਂ ਹੁੰਦੀਆਂ ਨੇ। ਜਦ ਅਰਥ ਕਰਨਾ ਹੁੰਦਾ ਹੈ ਉਹਨੂੰ ਸੰਧੀ ਛੇਦ ਕਰਨਾ ਪੈਂਦਾ ਹੈ। ਸੋ ਇਉਂ ਪਹਿਲਾਂ ਪਦ ਛੇਦ ਕਰਨਾ, ਫਿਰ ਅੱਖਰ ਟੂ ਅੱਖਰ ਅਰਥਾਂ ਨੂੰ ਸਮਝਣਾ, ਫਿਰ ਉਹਦਾ ਸੈਂਟੈਂਸ ਬਣਾਉਣਾ, ਉਹਦਾ ਵਾਕ ਬਣਾਉਣਾ। ਉਸ ਵਾਕ ਵਿੱਚ ਜਿਹੜੇ ਅਰਥ ਨੇ ਅੱਖਰਾਂ ਦੇ ਉਹ ਮੋਤੀਆਂ ਦੀ ਤਰ੍ਹਾਂ ਜੜੇ ਹੋਣੇ ਚਾਹੀਦੇ ਨੇ। ਇਹ ਨਹੀਂ ਵੀ ਲਿਖਿਆ ਕੁਝ ਹੋਰ ਹੋਏ, ਬੋਲੀ ਕੁਝ ਹੋਰ ਜਾਏ। ਫਿਰ ਕਵਿਤਾ ਦੇ ਵਿੱਚ ਅੱਖਰ ਅੱਗੇ ਪਿੱਛੇ ਤੁਕ ਦੇ ਤੁਕਾਂਤ ਮੁਤਾਬਕ ਲੱਗੇ ਹੁੰਦੇ ਨੇ। ਅਰਥਾਂ ਦੇ ਵਕਤ ਪਿਛਲਿਆਂ ਨੂੰ ਪਹਿਲਾਂ ਅਰਥ ਕਰਨਾ, ਪਹਿਲੇ ਨੂੰ ਬਾਅਦ ਵਿੱਚ, ਇਸ ਤਰ੍ਹਾਂ ਅਨਵੇ ਕਰਕੇ ਅਰਥ ਸਮਝਣਾ ਅਤੇ ਕਰਨਾ। ਪੰਜਵਾਂ ਜੋ ਸ਼ੰਕਾਵਾਦੀ ਵੱਲੋਂ ਸ਼ੰਕਾ ਉੱਠ ਰਹੀ ਹੈ ਉਹ ਆਪ ਦੇ ਵੱਲੋਂ ਹੀ ਉਠਾ ਕੇ ਸਵਾਲ ਕਰ ਲੈਣਾ, ਤੇ ਛੇਵਾਂ ਸਮਾਧਾਨ ਵੀ ਵਿੱਚ ਹੀ ਕਰਕੇ ਉੱਤਰ ਦੇ ਦੇਣਾ। ਇੰਜ ਜਿਵੇਂ ਭਾਜੀ ਬਣਾਉਣ ਵਾਲੇ ਨੂੰ ਪਤਾ ਕਿ ਕਿਵੇਂ ਬਣਦੀ, ਅੱਖਰ 2 ਹੀ ਨੇ ਤੇ ਪਰ ਬਣਦੀ ਬੜੀ ਮੁਸ਼ਕਲ ਹੈ। ਇਸੇ ਤਰ੍ਹਾਂ ਕਥਾ ਅੱਖਰ ਭਾਵੇਂ 2 ਹੀ ਨੇ, ਪਰ ਇਹਦੇ ਵਿੱਚ ਪਦ ਛੇਦ, ਪਦ ਅਰਥ, ਸੈਂਟੈਂਸ ਵਾਕ, ਭਾਵ ਅਰਥ, ਵਿਆਖਿਆ, ਸਾਖੀ ਤੇ ਵਖਿਆਨ ਦੇ 6 ਅੰਗ, ਉਹ ਸਾਰਿਆਂ ਦਾ ਖਿਆਲ ਕਰਕੇ ਤੇ ਜੋ ਬੋਲਿਆ ਜਾਏ ਉਹਨੂੰ ਹੀ ਵਖਿਆਨ ਕਹਿੰਦੇ ਹਨ। ਕਥਾ ਤਾਂ ਬਣਦੀ ਹੈ। ਤੋ ਇੰਜ ਸੰਤਾਂ ਦੀ ਸਭਾ 'ਚ ਮਿਲ ਕੇ ਜੁੜ ਕੇ ਪ੍ਰਭੂ ਦਾ ਵਖਿਆਨ ਕਰੋ ਜਾਂ ਬੈਠ ਕੇ ਸਰਵਣ ਕਰੋ। ਸਿਮਰਤ ਸਾਸਤ ਵੇਦ ਪੁਰਾਣ। 27 ਸਿਮਰਤੀਆਂ, 6 ਸ਼ਾਸਤਰ, 4 ਵੇਦ ਅਤੇ 18 ਪੁਰਾਣ ਸਾਰੇ ਉਸ ਪਰਮੇਸ਼ਰ ਨੂੰ ਵਿਧੀ ਪੱਖ ਦੁਆਰਾ ਕਥਨ ਕਰਦੇ ਨੇ। ਜਾਂ ਇਸੇ ਪ੍ਰਕਾਰ ਸਿਮਰਤ ਸਾਸਤ ਵੇਦ ਪੁਰਾਣ
ਸਾ ਸਤ ਉਹ ਪਰਮੇਸ਼ਰ ਸੱਚ ਸਰੂਪ ਹੈ। ਗੁਰਾਂ ਦੁਆਰਾ ਗਿਆਨ ਦੀ ਪ੍ਰਾਪਤੀ ਕਰਕੇ ਵੇਦ ਜਾਣਨੇ ਯੋਗ ਹੈ। ਪੁਰਾਣ ਬੜਾ ਹੀ ਪੁਰਾਣਾ ਹੈ, ਸਾਡੇ ਜੰਮਣ ਤੋਂ ਕਈ 100 ਸਾਲ ਪਹਿਲਾਂ ਦਾ ਪੁਰਾਤਨ ਹੈ। ਉਹਨੂੰ ਸਿਮਰਨਾ ਕਰੋ। ਬ੍ਰਹਮ ਵਿਚਾਰ ਵਿਚਾਰੇ ਕੋਈ। ਬ੍ਰਹਮ ਦੀ ਪ੍ਰਾਪਤੀ ਵਾਲੀ ਵਿਚਾਰ ਨੂੰ ਕੋਈ ਵੇਲਾ ਅਧਿਕਾਰੀ ਜਗਿਆਸੂ ਹੀ ਵਿਚਾਰਦਾ ਹੈ, ਜਿਹੜਾ ਵਿਚਾਰਦਾ ਹੈ। ਨਾਨਕ ਤਾਕੀ ਪਰਮਗਤ ਹੋਏ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਉਸ ਦੀ ਵੱਡੀ ਗਤੀ ਹੁੰਦੀ ਹੈ, ਭਾਵ ਉਸੇ ਨੂੰ ਹੀ ਕੇਵਲ ਮੋਖ ਦੀ ਪ੍ਰਾਪਤੀ ਹੁੰਦੀ ਹੈ। ਸੋ ਆਪ ਮੁਕਤੀ ਦਾ ਜੁਗਾੜ ਲਾ ਰਹੇ ਹੋ, ਮੁਕਤੀ ਦਾ ਪ੍ਰਬੰਧ ਕਰ ਰਹੇ ਹੋ। ਇਹ ਕੱਲ ਦੇ ਵਖਿਆਨ ਵਿੱਚ ਆਪ ਨੇ ਸਰਵਣ ਕੀਤਾ। ਅੱਜ ਦਾ ਜੋ ਇਹ ਨਵਾਂ ਸ਼ਬਦ ਪ੍ਰਾਰੰਭ ਹੋ ਰਿਹਾ ਹੈ, ਬੜੇ ਹੀ ਪਿਆਰ ਸਤਿਕਾਰ ਨਾਲ ਮਨ ਦੀਆਂ ਕਾਰਜ ਬਿਰਤੀਆਂ ਨੂੰ ਇਕਾਗਰ ਕਰਦਿਆਂ ਸਰਵਣ ਕਰੋ। ਰਸਨਾ ਦੀ ਪਵਿੱਤਰਤਾ ਲਈ ਗੱਜ ਕੇ ਕਹਿ ਦੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਰਾਮਕਲੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਫੁਰਮਾਨ ਕਰਦੇ ਹਨ। ਜੋ ਤਿਸ ਭਾਵੈ ਸੋ ਥੀਆ। ਇਹ ਭਾਈ ਜੋ ਕੁਝ ਤਿਸ ਪਰਮੇਸ਼ਰ ਨੂੰ ਭਾਉਂਦਾ ਹੈ, ਉਹੀ ਤਿੰਨੇ ਕਾਲਾਂ ਵਿੱਚ ਹੁੰਦਾ ਸੀ, ਹੁੰਦਾ ਹੈ ਅਰ ਹੋਵੇਗਾ। ਸਦਾ ਸਦਾ ਹਰ ਕੀ ਸਰਣਾਈ। ਇਹ ਭਾਈ ਹਮੇਸ਼ਾ ਹਮੇਸ਼ਾ ਪਰਮੇਸ਼ਰ ਦੀ ਓਟ ਵਿੱਚ ਪਈ ਰਹਿਣਾ ਕਰੋ। ਰੱਬ ਬਿਨ ਨਾਹੀ ਆਨ ਬੀਆ। ਕਿਉਂਕਿ ਉਸ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਵੀ ਦੂਸਰਾ ਰੱਖਿਅਕ ਨਹੀਂ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਪੁੱਤਰ ਕਲਤਰ ਪੁੱਤ ਕਲਤਰ ਲਖਮੀ ਦੀਸੈ। ਇੱਕ ਹੋ ਗਿਆ ਪੁੱਤਰ, ਇੱਕ ਕਲਤਰ ਪੁੱਤਰ ਦੀ ਹੋ ਗਈ ਘਰ ਵਾਲੀ, ਮਤਲਬ ਨੌ ਰਾਣੀ। ਇੱਕ ਹੋ ਗਈ ਲక్ష్ਮੀ ਆਪਦੀ ਇਸਤਰੀ, ਆਪਦੀ ਘਰ ਵਾਲੀ। ਇਹ ਜੋ ਸਭ ਕੁਝ ਦਿਖਦਾ ਪਿਆ ਹੈ ਆਪਦੇ ਘਰ ਵਿੱਚ, ਜਾਂ ਇਸੇ ਪ੍ਰਕਾਰ ਪੁੱਤ ਕਲਤਰ ਲਖਮੀ ਦੀਸੈ। ਪੁੱਤਰ ਅਤੇ ਕਲਤਰ ਆਪਦੀ ਇਸਤਰੀ ਤੇ ਲక్ష్ਮੀ ਜੋ ਕੈਸ਼ਮਨੀ ਜਾਂ ਜ਼ਮੀਨ ਜਾਇਦਾਦ ਆਦਿਕ ਜੋ ਕੁਝ ਵੀ ਦਿਸਦਾ ਪਿਆ ਹੈ। ਮੈਂ ਕਿਛੂ ਨਾ ਸੰਗ ਲਿਆ। ਇਹਨਾਂ ਵਿੱਚੋਂ ਜੀਵ ਨੇ ਅੰਤ ਸਮੇਂ ਪਰ ਲੋਕ ਨੂੰ ਜਾਂਦਿਆਂ ਕੁਝ ਵੀ ਆਪ ਦੇ ਨਾਲ ਨਹੀਂ ਲਿਆ ਹੈ। ਸਭ ਕੁਝ ਇੱਥੇ ਹੀ ਛੱਡ ਜਾਣ ਪਿਆ ਹੈ। ਦੁਨੀਆ ਲੜ ਲੜ ਮਰਦੀ ਹੈ। ਅਮਰੀਕਾ ਨੇ ਵੇਖੋ ਸਾਰੇ ਸੰਸਾਰ ਨੂੰ ਵਕਤ ਪਾਇਆ ਹੋਇਆ। ਜਿੰਨਾ ਕੋ ਤੇਲ ਹੈ ਕਹਿੰਦਾ ਵੀ ਮੇਰੇ ਘਰ ਹੀ ਆ ਜਾਏ, ਅਮਰੀਕਾ ਜੀ ਆ ਜਾਏ ਤੇਲ ਦਾ ਭੰਡਾਰ। ਹੁਣ ਜਿੱਥੇ ਰੱਬ ਨੇ ਪੈਦਾ ਕੀਤਾ ਰਹਿਣਾ ਤਾਂ ਉੱਥੇ ਹੀ ਹੈ। ਮਰ ਸੁੱਟ ਸੁੱਟ ਬੰਬ ਤੇ ਰਾਜਨੀਤੀ ਕਰ ਕਰਕੇ ਤੇ ਉਹਨਾਂ ਦੇਸ਼ਾਂ ਨੂੰ ਖਰਾਬ ਕੀਤਾ ਹੋਇਆ। ਲੜਾਈਆਂ ਝਗੜੇ 100 ਗੱਲਬਾਤ। ਜਿੱਥੇ ਵੀ ਕੋਈ ਚੀਜ਼ ਵੇਖਦਾ ਹੈ ਉੱਥੇ ਲਾਲਚਾਈ ਅੱਖਾਂ ਦੇ ਨਾਲ ਪਹੁੰਚ ਜਾਂਦਾ, ਸ਼ਰਾਰਤਾਂ ਕਰਦਾ, ਕੁਝ ਨਾ ਕੁਝ ਇੱਧਰ ਉੱਧਰ ਕਰਕੇ ਤੇ ਆਪਦੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ। ਇਉਂ ਪੁਰਾਣੇ ਸਮੇਂ ਤੋਂ ਹੀ ਦੁਨੀਆ ਲੜਦੀ ਰਹੀ, ਮਰਦੀ ਰਹੀ। ਮੈਂ ਤਾਂ ਵੇਖ ਕੇ ਹੀ ਸੋਚਦਾ, ਲਾਲ ਕਿਲ੍ਹਾ ਵੀ ਵੇਖੋ ਉੱਥੇ ਹੀ ਹੈ। ਕਈ ਲੜਕੇ ਮਰ ਗਏ, ਉਹ ਕਿਲ੍ਹਾ ਉੱਥੇ ਦਾ ਉੱਥੇ ਹੀ ਹੈ। ਕੋਈ ਨਾਲ ਥੋੜ੍ਹਾ ਚੁੱਕ ਕੇ ਲੈ ਕੇ ਗਿਆ। ਜਿਹਦਾ ਰਾਜ ਹੁੰਦਾ ਉਹ ਝੰਡਾ ਚਲਾ ਦਿੰਦਾ ਤੇ ਨੱਚਦਾ ਗਾਉਂਦਾ ਰੌਲਾ ਪਾਈ ਜਾਂਦਾ, ਉਹ ਫਿਰ ਤੁਰ ਜਾਂਦਾ, ਫਿਰ ਦੂਜਾ ਆ ਜਾਂਦਾ। ਇਸ ਵਾਸਤੇ ਆ ਗਵਾਲੀਅਰ ਦਾ ਕਿਲ੍ਹਾ ਵੇਖ ਲਓ, ਜਿੰਨਾ ਬਣਾਇਆ ਸੀਗਾ ਉਹ ਲੱਭਦੇ ਨੇ। ਤਾਜ ਮਹਲ ਵੇਖ ਲਓ,
ਆ ਸਾਡੇ ਸੁਹਾਣੇ ਦਾ ਕਿਲਾ, ਮੈਂ ਕੋਠੇ ਜਦ ਵੀ ਚੜ੍ਹਦਾ ਤੇ ਖੰਡਰਾਤ ਵੇਖ ਕੇ ਹੀ ਸੋਚਦਾ ਰਹਿੰਦਾ। ਕਹਿੰਦੇ ਗੋਰਿਆਂ ਨੇ ਸ਼ਾਇਦ ਗ੍ਰਾਂਟ ਦਿੱਤੀ ਸੀਗੀ, ਤੋ ਕਿਸੇ ਮੌਕੇ ਦਰਬਾਰ ਸਜਦਾ ਹੁੰਦਾ ਸੀਗਾ ਤੇ ਹੁਣ ਉੱਥੇ ਕੁਛ ਵੀ ਨਹੀਂ ਹੈ। ਇੰਝ ਹੀ ਜਿੱਥੇ ਮਰਜ਼ੀ ਚਲੇ ਜਾਓ, ਬਿਲਡਿੰਗਾਂ ਖੜੀਆਂ ਦਿਖਦੀਆਂ ਨੇ ਪਰ ਉਹਦੇ ਵਿੱਚ ਰਹਿਣ ਵਾਲਾ ਬੰਦਾ ਨਹੀਂ ਲੱਭਦਾ। ਜਿੰਨੇ ਬਣਾਈਆਂ ਨੇ ਉਹਦਾ ਪਤਾ ਥਾਉ ਨਹੀਂ ਲੱਗਦਾ। ਹਾਂ, ਜੇ ਮਾੜਾ ਮੋਟਾ ਕੁਝ ਲਿਖਿਆ ਹੋਵੇ ਤਾਂ ਤਰੀਕ ਦਾ ਪਤਾ ਲੱਗ ਜਾਂਦਾ। ਤੋ ਇਸ ਵਾਸਤੇ ਬੰਦਾ ਲੜਦਾ ਕਿਉਂ ਹੈ? ਜ਼ਮੀਨਾਂ ਵੀ ਇੱਥੇ ਪਈਆਂ ਹਨ, ਇਹਨਾਂ ਤੇ ਕਬਜ਼ਿਆਂ ਕਰਨ ਵਾਲੇ ਇੱਕ ਦੂਜੇ ਨੂੰ ਫਾਈਟ ਕਰਕੇ ਨੁਕਸਾਨ ਕਰਕੇ ਤੁਰ ਜਾਂਦੇ ਨੇ। ਤੋ ਇਸ ਲਈ ਅੰਤ ਸਮੇਂ ਪਰ ਲੋਕ ਨੂੰ ਜਾਂਦਿਆਂ ਕੁਝ ਵੀ ਅੱਜ ਤੱਕ ਕੋਈ ਨਾਲ ਲੈ ਕੇ ਨਹੀਂ ਗਿਆ ਤੇ ਨਾ ਹੀ ਆਪਣੇ ਕੋਲੋਂ ਲਿਜਾਇਆ ਜਾਣਾ ਹੈ। ਇਸ ਵਾਸਤੇ ਇਹ ਵਾਧੂ ਦਾ ਮਾਣ ਕਰਦਾ, ਹੰਕਾਰ ਕਰਦਾ, ਇੱਕ ਦੂਜੇ ਦੇ ਫਾਈਟ ਕਰਦਾ ਹੈ। ਠਗੌਰੀ ਖਾਏ ਭੁਲਾਨਾ, ਇਹ ਜੀਵ ਜਿਹੜਾ ਹੈ ਵਿਸ਼ਿਆਂ ਰੂਪੀ ਠੱਗ ਬੂਟੀ ਖਾ ਕੇ ਸਵੈ ਸਰੂਪ ਨੂੰ ਭੁੱਲ ਗਿਆ ਹੈ। ਠੱਗ ਬੂਟੀ ਇੱਕ ਗੁਰਮਤਿ ਦਾ ਵਰਡ ਹੈ। ਅੱਜ ਕੱਲ੍ਹ ਦੇ ਸਮਝ ਮੁਤਾਬਕ ਜਿਵੇਂ ਰਾਹ ਜਾਂਦੇ ਨੂੰ ਕੋਈ ਮੂੰਹ ਤੇ ਰੁਮਾਲ ਮਾਰ ਲੇ ਜਾਂ ਕੋਈ ਚੀਜ਼ ਸੰਘਾ ਕੇ ਗਹਿਣੇ ਗੁਣੇ ਲਾ ਲੈਂਦੇ ਨੇ, ਜੇਬਾਂ ਕੱਟ ਲੈਂਦੇ ਨੇ, ਪੈਸੇ ਕੱਢ ਲੈਂਦੇ ਹਨ, ਜਾਂ ਚਾਹ ਦੇ ਵਿੱਚ ਕੋਈ ਚੀਜ਼ ਪਾ ਕੇ ਜਾਂ ਠੰਡੇ ਦੇ ਵਿੱਚ ਕੋਲਡ ਡਰਿੰਕ 'ਚ ਪਾ ਕੇ ਬੰਦੇ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਤੇ ਦਿਮਾਗ ਸਵਾ ਦਿੰਦੇ ਨੇ, ਬੇਹੋਸ਼ ਕਰਕੇ ਉਹਦਾ ਸਭ ਕੁਝ ਹੀ ਲੁੱਟ ਕੇ ਲੈ ਜਾਂਦੇ ਹਨ। ਉਹਨੂੰ ਠੱਗ ਬੂਟੀ ਕਹਿੰਦੇ ਨੇ। ਜਿਹੜੇ ਠੱਗ ਠੱਗਣ ਵਾਸਤੇ ਚੀਜ਼ ਵਰਤਦੇ ਹਨ, ਸੋ ਇਹ ਵਿਸ਼ਿਆਂ ਦੀ ਠੱਗ ਬੂਟੀ ਖਾ ਕੇ ਸਵੈ ਸਰੂਪ ਨੂੰ ਭੁੱਲ ਗਿਆ। ਇਹਦਾ ਦਿਮਾਗ ਵਿਸ਼ਿਆਂ ਨੇ ਸਵਾ ਦਿੱਤਾ ਹੈ। ਮਾਇਆ ਮੰਦਰ ਤਿਆਗ ਗਿਆ, ਔਰ ਅਖੀਰ ਨੂੰ ਪਰਲੋਕ ਵੱਲ ਚੱਲਦੇ ਆ। ਮਾਇਆ ਧਨ ਕੈਸ਼ਮਨੀ ਦੌਲਤ ਮੰਦਰ ਪੱਕੇ ਮਕਾਨ ਇਤਿਆਦਿ ਸਭ ਕੁਝ ਇੱਥੇ ਹੀ ਛੱਡ ਕੇ ਚਲਿਆ ਗਿਆ। ਮੈਨੂੰ ਕਈ ਬਜ਼ੁਰਗ ਮਿਲੇ ਹਨ ਜਿਨ੍ਹਾਂ ਜੋ ਇੱਕਦਮ ਚੜ੍ਹਾਈ ਕਰ ਗਏ। ਉਹ ਕਹਿੰਦੇ ਮੈਂ ਸਿੰਧ ਦਾ ਹਾਂ, ਗੁਰਦੁਆਰਾ ਰੋੜੀ ਸਾਹਿਬ ਜਿੱਥੇ ਸਿਆਲਕੋਟ ਮੂਲੇ ਖੱਤਰੀ ਦਾ ਉਧਾਰ ਕੀਤਾ ਤੇ ਹਮਜਾ ਗੌਸ ਨੂੰ ਗੁਰੂ ਸਾਹਿਬ ਨੇ ਸਮਝਾਉਣਾ ਕੀਤਾ। ਕਹਿੰਦੇ ਮੈਂ ਦਰਸ਼ਨ ਕੀਤੇ ਨੇ। ਇੱਕ ਹੋਰ ਬਜ਼ੁਰਗ ਕਹਿੰਦੇ ਮੈਂ ਆਪਦੇ ਘਰ ਨਨਕਾਣਾ ਸਾਹਿਬ ਦੀ ਯਾਤਰਾ ਕਰਨ ਗਿਆ, ਉੱਥੇ ਵੇਖ ਕੇ ਆਇਆ। ਅਜੇ ਵੀ ਉਸੇ ਤਰ੍ਹਾਂ ਬੜੇ ਸੋਹਣੇ ਖੜੇ ਨੇ, ਪਰ ਜਦ ਪਾਕਿਸਤਾਨ ਬਣਿਆ ਬਣੇ ਬਣਾਤੇ ਘਰ ਸਾਨੂੰ ਛੱਡ ਕੇ ਇੱਥੇ ਸੜਕ ਤੇ ਆਉਣਾ ਪਿਆ। ਇੱਕ ਹੋਰ ਉਹ ਕਹਿੰਦੇ ਕਸ਼ਮੀਰ ਤੋਂ ਜਿਹੜਾ ਪਾਕਿਸਤਾਨੀ ਕਸ਼ਮੀਰ ਹੈ ਉੱਥੋਂ ਦੇ ਸਾਡੇ ਉਦੋਂ ਦੇ 10 ਲੱਖ ਰੁਪਏ ਸਨ 47 ਦੇ, ਜਿਹੜਾ ਮੁੱਲ ਗੌਰਮੈਂਟ ਨੇ ਪਾਇਆ। ਇੱਕ ਕਿਸ਼ਤ ਕਹਿੰਦੇ 5 ਲੱਖ ਦੀ ਆ ਗਈ ਹੈ ਤੇ ਦੂਜੀ ਅਜੇ ਆਉਣੀ ਹੈ। ਸਾਨੂੰ ਯੂਪੀ ਦੇ ਵਿੱਚ ਕਨਵਰਸ਼ਨ ਦੇ ਵਿੱਚ ਜ਼ਮੀਨ ਮਿਲੀ। ਪ੍ਰਤੱਖ ਹੀ ਸਨ 47 ਵਿੱਚ ਇੱਧਰਲੇ ਮੁਸਲਮਾਨਾਂ ਨੂੰ ਸਭ ਕੁਝ ਹੀ ਛੱਡ ਕੇ ਉੱਧਰ ਜਾਣਾ ਪਿਆ, ਉੱਧਰਲਿਆਂ ਨੂੰ ਸਭ ਕੁਝ ਹੀ ਛੱਡ ਕੇ ਇੱਧਰ ਆਉਣਾ ਪਿਆ। ਸਿਰਫ ਇਹ ਤਾਲਿਬਾਨਾਂ ਨੇ ਕਾਬਲ ਦੇ ਵਿੱਚ ਸਿੱਖ ਦੁਕਾਨਦਾਰਾਂ ਦੇ ਟੈਕਸ ਲਾ ਦਿੱਤਾ, ਕਰੋੜ ਕਰੋੜ ਰੁਪਈਆ। ਕਈ ਵਿਚਾਰੇ ਕਤਲ ਵੀ ਕਰ ਦਿੱਤੇ, ਕਈਆਂ ਨੂੰ ਤੰਗ ਪਰੇਸ਼ਾਨ ਕਰਕੇ ਉੱਥੋਂ ਕੱਢ ਦਿੱਤਾ। ਉਹ ਵਿਚਾਰੇ ਦਿੱਲੀ ਬੈਠੇ ਉਹਨਾਂ ਦੀ ਜਾਨ ਨੂੰ ਰੋ ਰਹੇ ਨੇ। ਮਤਲਬ ਪ੍ਰਤੱਖ ਹੀ ਸਭ ਕੁਝ ਵੇਖਦਿਆਂ ਵੇਖਦਿਆਂ ਵੀ ਇੱਥੇ ਹੀ ਛੱਡ ਕੇ ਸੋ ਜਾਣਾ ਪੈਂਦਾ ਹੈ। ਆ ਨੋਟਬੰਦੀ ਵਿੱਚ ਕਈ ਵਿਚਾਰੇ ਚੜਾਈ ਹੋਈ ਕਰ ਗਏ, ਕਿਉਂਕਿ ਨੋਟ ਜਿਹੜੇ ਇਕੱਠੇ ਕੀਤੇ ਸੀ ਉਹਨਾਂ ਦੀ ਕੀਮਤ ਹੀ ਨਹੀਂ ਰਹੀ, ਉਹ ਕਾਗਜ਼ੀ ਬਣ ਗਏ ਰਾਤੋਂ ਰਾਤ ਹੀ। ਵੇਖੋ ਇਹੋ ਜੀ ਰੱਬ ਦੀ ਕੁਦਰਤ ਵਰਤੀ ਹਵਾ ਪਈ,
ਵੀ ਉਹ ਕਾਗਜ਼ਾਂ ਦਾ ਹੀ ਢੇਰ ਬਣ ਕੇ ਰਹਿ ਗਿਆ, ਕੋਈ ਕੀਮਤ ਨਹੀਂ। ਬੰਦਾ ਵੇਖਣ ਵਾਲਾ ਘਬਰਾ ਗਿਆ ਵੀ ਮੈਂ ਤਾਂ ਇਕੱਠਾ ਕਰਦਾ ਮਰ ਗਿਆ। ਕਈਆਂ ਨੂੰ ਧੌਂਕਾ ਲੱਗਾ, ਉੱਥੇ ਹੀ ਉਹ ਆਪਦਾ ਦਿਲ ਘਟਾ ਕੇ ਸੁਹਾਣੇ 'ਚ ਵੀ ਇੱਕ ਇਸ ਤਰ੍ਹਾਂ ਦੀ ਮੌਤ ਹੋਈ ਹੈ। ਤੇ ਇਸ ਲਈ ਮਹਾਰਾਜ ਕਹਿੰਦੇ ਨੇ ਕਿ ਜਿੰਨਾ ਕੋਈ ਇਹਦੇ ਨਾਲ ਮੋਹ ਕਰਦਾ ਉਨਾ ਹੀ ਦੁਖੀ ਹੁੰਦਾ ਹੈ। ਅੱਜ ਤੱਕ ਕੋਈ ਵੀ ਸਾਡਾ ਦਾਦਾ ਪੜਦਾਦਾ ਇਹਨੂੰ ਨਾਲ ਨਹੀਂ ਲੈ ਕੇ ਗਿਆ। ਮਾਇਆ ਵੀ ਮੰਦਰ ਵੀ ਸਭ ਛੱਡ ਕੇ ਚਲੇ ਗਏ ਨੇ। ਇਹ ਵਿਸ਼ਿਆਂ ਦੀ ਠੱਗ ਫੁੱਟੀ ਖਾ ਕੇ ਭੁੱਲਿਆ ਹੋਇਆ, ਜਿਵੇਂ ਚੋਰ ਕਿਸੇ ਪੁਰਖ ਨੂੰ ਠੱਗਣ ਵਾਸਤੇ ਨਸ਼ੀਲੀ ਬੂਟੀ ਖਵਾ ਦਿੰਦੇ। ਜਦੋਂ ਪੁਰਖ ਸਭ ਕੁਝ ਭੁੱਲ ਜਾਂਦਾ ਤਾਂ ਉਹਦੀ ਕੀਮਤੀ ਵਸਤਰ, ਕੀਮਤੀ ਸਮਾਨ ਲੁੱਟ ਲੈਂਦੇ। ਇੰਜ ਇਹ ਮਾਇਆ ਰੂਪੀ ਚੋਰ ਨੇ ਵਿਸ਼ਿਆਂ ਦੀ ਠੱਗ ਬੂਟੀ ਪਾ ਕੇ ਜੀਵ ਨੂੰ ਆਪਣੇ ਸਰੋਵਰ ਨੂੰ ਭੁਲਾ ਸੁੱਟਿਆ। ਅੰਦਰੋਂ ਜੀ ਇਹ ਮਾਇਆ ਉੱਤੇ ਬਣੇ ਹੋਏ ਮਕਾਨ, ਮਾਇਆ ਅਤੇ ਬਣੇ ਹੋਏ ਮਕਾਨ ਇਤਿਆਦਿਕ ਸਭ ਤਿਆਗ ਕੇ ਪਰਲੋਕ ਨੂੰ ਚਲਿਆ ਗਿਆ। ਮਾਇਆ ਨੂੰ ਮੰਦਰਾਂ ਦੇ ਵਿੱਚ ਹੀ ਛੱਡ ਕਰਕੇ ਇਹਨੂੰ ਜਾਣਾ ਪਿਆ ਹੈ। ਨਿੰਦਾ ਕਰ ਕਰ ਬਹੁਤ ਬੇਗੂਤਾ। ਇਹ ਆਪਦੀ ਸ਼ੋਹਰਤ ਵਾਸਤੇ ਸੇਵਾ ਸਿਮਰਨ ਕਰਨ ਵਾਲੇ ਗੁਰਮੁਖ ਜਨਾਂ ਨਾਲ ਵੈਰ ਕਮਾਉਂਦਾ। ਉਹਨਾਂ ਉੱਪਰ ਅਣਹੋਏ ਦੋਸ਼ ਰੋਪਣ ਕਰਕੇ ਉਹਨਾਂ ਦੀ ਨਿੰਦਿਆ ਕਰਦਾ, ਥੱਕਦਾ ਨਹੀਂ। ਉਹਨਾਂ ਦੀ ਅਪਕੀਰਤੀ ਕਰ ਕਰਕੇ ਬਹੁਤ ਖਰਾਬ ਹੁੰਦਾ ਹੈ। ਗਰਭ ਜੋਨ ਮਹਿ ਕਿਰਤ ਪਾਇਆ। ਫਿਰ ਨਿੰਦਿਆ ਰੂਪ ਕੀਤੇ ਕਰਮ ਅਨੁਸਾਰ ਮਾਤਾ ਦੀ ਗਰਭ ਜੋਨੀ ਵਿੱਚ ਇਹ ਜਾ ਪਿਆ ਹੈ। ਪੁਰਬ ਕਮਾਣੇ ਛੋਟਹਿ ਨਾਹੀ। ਪੂਰਬਲੇ ਜਨਮਾਂ ਜਨਮਾਤਰਾਂ ਦੇ ਕਮਾਏ ਹੋਏ ਕਰਮ ਇਸ ਜੀਵ ਨੂੰ ਛੱਡਦੇ ਨਹੀਂ ਹਨ। ਜਮਦੂਤ ਗਰਸਿਓ ਮਹਾ ਭਇਆ। ਜਮਦੂਤ ਗਰਾਸਿਓ ਮਹਾ ਭਇਆ। ਅੰਤ ਮਹਾ ਭਿਆਨਕ ਜਮਦੂਤਾਂ ਨੇ ਇਸ ਨੂੰ ਗ੍ਰਸ ਲਿਆ ਹੈ, ਪਕੜ ਲੈਣਾ ਕੀ ਕੀਤਾ ਹੈ। ਅਥਵਾ ਜਦ ਜੀਵ ਨੂੰ ਜਮਦੂਤਾਂ ਨੇ ਆ ਕੇ ਪਕੜ ਲਿਆ ਤਾਂ ਦੇ ਬਹੁਤ ਜ਼ਿਆਦਾ ਭੈ ਭੀਤ ਹੋਇਆ ਹੈ। ਬੋਲੇ ਝੂਠ ਕਮਾਵੇ ਅਵਰਾ। ਵੇਖਦਿਆਂ ਸਾਰੀ ਕੰਬਣ ਲੱਗ ਜਾਂਦਾ, ਸਾਰੀ ਉਮਰ ਝੂਠ ਬੋਲਦਾ ਨਹੀਂ ਥੱਕਦਾ। ਤੇ ਹੋਰ ਨਾ ਦਵੈਤ ਵਾਲੇ ਕਰਮਾਂ ਨੂੰ ਕਮਾਉਂਦਾ, ਭਾਵ ਝੂਠ ਦੀ ਕਮਾਈ ਕਰਕੇ ਬੋਲਦਾ ਹੋਰ ਕੁਝ ਤੇ ਕਰਦਾ ਕੁਝ ਹੋਰ ਹੈ। ਜਿਸ ਤਰ੍ਹਾਂ ਮੋਟਾਂ ਵਾਲੇ ਕਰਦੇ ਨੇ, ਬਾਹਰੋਂ ਹੋਰ ਅੰਦਰੋਂ ਹੋਰ। ਪਦਾਰਥਾਂ ਦੀ ਪ੍ਰਾਪਤੀ ਰੂਪ ਜਿਹੜੀ ਤ੍ਰਿਸ਼ਨਾ ਹੈ, ਤ੍ਰਿਸ਼ਨਾ ਨਾ ਬੂਝੈ ਬਹੁਤ ਹਾਇਆ। ਇਹ ਅੰਦਰੋਂ ਬੁਝਦੀ ਨਹੀਂ, ਨਿਵਰਤ ਨਹੀਂ ਹੁੰਦੀ। ਇਸੇ ਕਰਕੇ ਬੇਅੰਤ ਵਾਰ ਤ੍ਰਿਸ਼ਨਾ ਨਾਸ਼ ਕਰ ਰਹੀ ਹੈ, ਜਾਂ ਤ੍ਰਿਸ਼ਨਾ ਕਾਰਨ ਬਹੁਤ ਵਾਰੀ ਨਾਸ਼ ਹੋਇਆ ਹੈ। ਇਸੇ ਪ੍ਰਕਾਰ ਤ੍ਰਿਸ਼ਨਾ ਨਾ ਬੂਝੈ ਬਹੁਤ ਹਾਇਆ। ਬੋਲੇ ਝੂਠ ਕਮਾਵੇ ਅਵਰਾ। ਜੀਵ ਕਮਾਉਂਦਾ ਕੁਝ ਹੋਰ ਹੈ ਤੇ ਮੂੰਹ ਨਾਲ ਝੂਠ ਬੋਲਦਾ ਹੈ ਕਿ ਆਹ ਕੰਮ ਮੈਂ ਨਹੀਂ ਕੀਤਾ। ਤ੍ਰਿਸ਼ਨਾ ਨਾ ਬੂਝੈ ਬਹੁਤ ਹਾਇਆ। ਅੰਦਰੋਂ ਤ੍ਰਿਸ਼ਨਾ ਬਹੁਤ ਹੈ ਜੋ ਨਿਵਰਤ ਨਹੀਂ ਹੁੰਦੀ। ਹਇਆ ਹਾਏ ਹਾਏ ਕਰਦਾ ਹੈ। ਮਾਇਆ ਕਰਮ ਹੋਏ। ਹਾਏ ਮਾਇਆ ਕਰਦੇ ਹੀ ਲੋਕ ਮਰ ਗਏ ਨੇ। ਮਾਇਆ ਕਿਸੇ ਨਾ ਸਾਥ, ਹੰਸ ਚਲੇ ਉੱਠ ਡੁੰਮਣੋ, ਮਾਇਆ ਭੁੱਲੀ ਆਥ। ਸਾਧ ਰੋਗ ਉਪਜਿਆ ਸੰਤ ਦੂਖਨ। ਨਾਮ ਜਪਣ ਵਾਲੇ ਸੰਤ ਮਹਾਤਮਾ ਜਨਾਂ ਦੇ ਅਣਹੋਏ ਦੂਸ਼ਣ ਆਰੋਪਣ ਕਾਰਨ ਨਾ ਸਾਧੇ ਜਾਣ ਵਾਲਾ ਰੋਗ ਕਿਹੜਾ, ਕੋੜ ਦਾ, ਖਈ ਦਾ ਰੋਗ ਹੋ ਗਿਆ। ਮੈਂ ਨਾਮ ਨਹੀਂ ਲੈਣਾ। ਨਿਊਜ਼ੀਲੈਂਡ ਹੈ ਇੱਕ ਸਿੰਘ ਸਾਡਾ, ਤੇ ਉਹਨੇ ਪ੍ਰਤੱਖ ਆਪਦੇ ਬਾਰੇ ਦੱਸਿਆ। ਕਹਿੰਦਾ ਵੀ ਮੈਂ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜੋ ਧੁਮਾ ਨਗਰ ਦੇ, ਉਹਨਾਂ ਦੇ ਵਿਰੋਧ ਦੇ ਵਿੱਚ, ਉਹਨਾਂ ਦੀ ਨਿੰਦਿਆ ਰੂਪ ਦੇ ਵਿੱਚ ਕਹਿੰਦੇ ਮੈਂ ਬੋਲਦਾ ਰਿਹਾ, ਬੜਾ ਬੋਲਿਆ।
ਕਹਿੰਦੇ ਸਰੀਰ ਤੇ ਕਸ਼ਟ ਆ ਗਿਆ, ਉਹਨੇ ਆਪ ਦੱਸਿਆ। ਤੇ ਫਿਰ ਕਹਿੰਦਾ ਮੈਂ ਅਰਦਾਸ ਕੀਤੀ, ਕਿਉਂਕਿ ਸਾਥੋਂ ਤਾਂ ਸਾਰੇ ਹੀ ਚੰਗੇ ਨੇ, ਆਪਾਂ ਗ੍ਰਸਤੀ ਬਾਲ ਬੱਚੇਦਾਰ ਹਾਂ, ਤੇ ਸਾਡਾ ਇੱਕੋ ਹੀ ਕੰਮ ਹੈ ਵੀ ਆਪ ਦਾ ਗੁਜ਼ਾਰਾ ਕਰਨਾ, ਮਾਇਆ ਦੀ ਪ੍ਰਾਪਤੀ ਕਰਨੀ। ਤੋ ਜਿਹੜੇ ਰੱਬ ਦੇ ਪਿਆਰ ਵਾਲੇ ਹਨ ਉਹਨਾਂ ਦਾ ਸਭ ਕੁਝ ਪਰਉਪਕਾਰ ਲਈ ਹੈ, ਤੋ ਇਸ ਲਈ ਨਿੰਦਿਆ ਤਾਂ ਨਿੰਦਿਆ ਹੀ ਹੈ। ਤੋ ਜਿਹੜਾ ਸਰੀਰ ਹੈ ਉਹਦੇ 'ਚ ਆਪਾਂ ਨੁਕਸ ਜਿੰਨੇ ਵੀ ਚਾਹੇ ਕੱਢ ਸਕਦੇ ਹਾਂ। ਰੱਬ ਹੀ ਪੂਰਾ ਹੈ, ਬਾਕੀ ਸਭ ਅਧੂਰੇ ਨੇ, ਜਾਂ ਗੁਰੂ ਨਾਨਕ ਸਾਹਿਬ ਪੂਰਾ ਹੈ। ਪਰ ਮਹਾਰਾਜ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਕਿਸੇ ਵਿੱਚ ਕੋਈ ਅਧੂਰਾ ਗੁਣਾ ਦੇ ਕੇ ਉਹਦੀ ਔਕੜਾਂ ਨੂੰ ਉਛਾਲਣਾ ਮਨਾ ਹੈ। ਤੁਸੀਂ ਗੁਰਮੁਖ ਬਣੋ ਤੇ ਗੁਣਾਂ ਦੀ ਸਾਂਝ ਕਰੋ। ਸਾਂਝ ਕਰੀਜੈ ਗੁਣੈ ਕੇਰੀ, ਛੋੜ ਅਵਗਣ ਚੱਲੀ ਹੈ। ਔਗਣ ਹਨ ਇਨਸਾਨ 'ਚ, ਪਰ ਉਹਨਾਂ ਨੂੰ ਛੱਡ ਕੇ ਚੱਲੋ। ਪਹਿਰੇ ਪਟੰਬਰ, ਤੁਹਾਨੂੰ ਕੀ ਲੋੜ ਹੈ ਬੋਰੀਆਂ ਦੇ ਕੱਪੜੇ ਸੀਸੀ ਪਾਉਣ ਦੀ? ਜਦ ਮਹਾਰਾਜ ਨੇ ਪਸ਼ੰਬਰ ਦਿੱਤਾ, ਪਸ਼ਮੀਨੇ ਦੇ ਕੱਪੜੇ ਪਾਓ ਖਾਂ ਭਾਈ, ਇੰਨੇ ਸੋਹਣੇ ਸੋਹਣੇ ਕੱਪੜੇ ਮਹਾਰਾਜ ਨੇ ਪੈਦਾ ਕੀਤੇ ਨੇ। ਸੋਹਣਾ ਕੱਪੜਾ ਪਾਓ। ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮੱਲੀਐ, ਮਤਲਬ ਆਪਦੇ ਮਨ ਨੂੰ ਸਾਫ਼ ਸੁਥਰਾ ਰੱਖੋ ਪਸ਼ਮੀਨੇ ਦੇ ਬਸਤਰ ਦੀ ਤਰ੍ਹਾਂ। ਗੁਣਾਂ ਦੀ ਸਾਂਝ ਪਾਓ। ਜਿੱਥੇ ਜਾਏ ਬਹੀ ਹੈ, ਪਹਿਲੀ ਗੱਲ ਤਾਂ ਕਿਸੇ ਬੁਲਾਇਆ ਨਹੀਂ, ਆਪਦੇ ਘਰ ਰਾਜੀ ਰਹੋ। ਕਿਉਂ ਰਜਾਈ ਦਾ ਨਿੱਘ ਛੱਡਣਾ, ਐਵੇਂ ਕਿਉਂ ਕਸ਼ਟ ਝੱਲਣਾ ਆਉਣ ਜਾਣ ਦਾ? ਜੇ ਆ ਕੇ ਨਿੰਦਿਆ ਹੀ ਕਰਨੀ ਹੈ ਤਾਂ ਫਿਰ ਆਪਦੇ ਘਰ ਰਾਜੀ ਰਹੋ ਭਾਈ। ਤੇ ਜੇ ਤੁਸੀਂ ਆਏ ਹੋ ਤਾਂ ਫਿਰ ਚਾਹੀਦਾ ਹੈ ਜਿੱਥੇ ਬੈਠੋ ਉੱਥੇ ਭਲਾ ਕਰੋ। ਕਿਸੇ ਨੂੰ ਚੰਗਾ ਹੀ ਆਖੋ, ਬੁਰਾ ਨਾ ਆਖੋ, ਝਗੜਾ ਨਾ ਕਰੋ। ਐਸਾ ਨਾ ਹੋਵੇ ਕਿ ਤੁਹਾਡੇ ਮੱਥੇ ਲੱਗਦਿਆਂ ਹੀ ਲੋਕ ਸੋਚਣ ਵੀ ਕਿੱਥੋਂ ਆ ਗਿਆ, ਇਹ ਨਾ ਹੀ ਆਉਂਦਾ ਤਾਂ ਚੰਗਾ ਸੀਗਾ। ਤੇ ਹਰੇਕ ਦਾ ਨੁਕਸਾਨ, ਹਰੇਕ ਦੀ ਚੁਗਲੀ, ਹਰੇਕ ਦੀ ਨਿੰਦਿਆ, ਹਰੇਕ ਨੂੰ ਕੱਟੀ ਵੱਢੀ ਜਾਣਾ। ਤੋ ਇਸ ਤਰ੍ਹਾਂ ਨਾ ਹੋਵੇ ਵੀ ਵੇਖਣ ਵਾਲਾ ਇਹ ਨਾ ਅਰਦਾਸ ਕਰੇ ਵੀ ਇਹ ਨਾ ਹੀ ਆਏ ਤਾਂ ਚੰਗਾ। ਤੋ ਜਿਹੜਾ ਵੇਖਣ ਵਾਲਾ ਉਹ ਕਹੇ ਵੀ ਇਹਦੇ ਦਰਸ਼ਨ ਹੁੰਦੇ ਰਹਿਣ, ਇਸ ਤਰ੍ਹਾਂ ਦਾ ਸੁਭਾਅ ਹੋਵੇ। ਮਹਾਰਾਜ ਕਹਿੰਦੇ ਜਿੱਥੇ ਜਾਏ ਬਹੀਐ, ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ। ਚੰਦਨ ਦੇ ਦਰਖਤ ਉੱਪਰ ਸੱਪ ਹੁੰਦੇ ਨੇ, ਉਹ ਇੱਕ ਹਵਾ ਜੀ ਛੱਡਦੇ ਨੇ ਤੇ ਮਸ਼ੀਨਾਂ ਨਾਲ ਉਹਨਾਂ ਨੂੰ ਕੱਟਦੇ ਨੇ ਚੰਦਨ ਨੂੰ। ਉਹ ਹਵਾ ਦੇ ਨਾਲ ਸੱਪ ਥੋੜੇ ਚਿਰ ਲਈ ਬੇਹੋਸ਼ ਹੋ ਕੇ ਢੇਰ ਹੋ ਜਾਂਦੇ, ਚੰਦਨ ਨੂੰ ਚੁੱਕ ਲੈਂਦੇ ਨੇ। ਮਤਲਬ ਚੰਗੀ ਚੀਜ਼ ਕੋਲ ਮਾੜੀ ਵੀ ਹੁੰਦੀ ਹੈ, ਤੇ ਤੁਸੀਂ ਮਾੜੀ ਵੱਲ ਨਾ ਵੇਖੋ। ਤੁਹਾਨੂੰ ਜੇ ਤੇਹ ਲੱਗੀ, ਪਿਆਸ ਲੱਗੀ ਹੈ, ਤੁਸੀਂ ਅੰਮ੍ਰਿਤ ਪੀਵੋ, ਪਾਣੀ ਅੰਮ੍ਰਿਤ ਹੈ। ਉਹਦੇ ਉੱਪਰ ਜਿਹੜਾ ਜਾਲਾ ਜਿਹਾ ਆਇਆ ਹੁੰਦਾ, ਬੂਟੀ ਬਾਟੀ ਜਿਹਨੂੰ ਪਾਸੇ ਕਰੋ, ਥੱਲੇ ਵਧੀਆ ਪਾਣੀ ਪੀਓ। ਤੁਸੀਂ ਬੂਟੀ ਵਿੱਚ ਕਿਉਂ ਭਰਮਦੇ ਹੋ? ਬੂਟੀਆਂ 'ਚ ਸੱਪ ਵੀ ਹੁੰਦੇ ਨੇ, ਡੱਡੂ ਵੀ ਹੁੰਦੇ ਨੇ, ਕੀੜੇ ਮਕੌੜੇ ਵੀ ਹੁੰਦੇ ਨੇ, ਉਹਨਾਂ ਨੂੰ ਪਾਸੇ ਕਰੋ। ਪਾਣੀ ਦਾ ਥੱਲੇ ਸਾਫ਼ ਹੈ। ਗੁਲਾਬ ਦੇ ਫੁੱਲ ਨਾਲ ਕੰਡੇ ਵੀ ਹੁੰਦੇ ਨੇ, ਪਰ ਕੰਡਿਆਂ ਨੂੰ ਕਿਉਂ? ਤੁਸੀਂ ਗੁਲਾਬ ਦੇ ਫੁੱਲ ਵੱਲ ਧਿਆਨ ਰੱਖੋ। ਇਸ ਲਈ ਝੋਲ ਅੰਮ੍ਰਿਤ ਪੀਜੈ, ਗੁਨਾਹ ਕਾ ਹੋਵੇ ਵਾਸਲਾ, ਕੱਢ ਵਾਸ ਲਈਜੈ। ਜਿਹੜਾ ਬੰਦਾ ਕਿਸੇ ਆਮ ਬੰਦੇ ਦੀ ਵੀ ਨਿੰਦਿਆ ਕਰਦਾ, ਉਹਨੂੰ ਵੀ ਦੁੱਖ ਕਸ਼ਟ ਭੋਗਣਾ ਪੈਂਦਾ। ਪਰ ਸੰਤਾਂ ਦੀ ਨਿੰਦਿਆ ਤਾਂ ਬਿਲਕੁਲ ਨਾ ਕਰੋ। ਸੰਤ ਸਰਨ ਜੋ ਜਨ ਭਰੈ, ਸੋ ਜਨ ਉਦਰਨਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸੰਤਾਂ ਦੇ ਵਿੱਚ ਦੂਸ਼ਣ ਆਰੋਪਣ ਵਾਲੇ ਨੂੰ ਖਈ ਦਾ ਰੋਗ, ਕੋਹੜ ਦਾ ਰੋਗ ਹੋ ਜਾਂਦਾ ਹੈ, ਜਾਂ ਅਗਿਆਨ ਰੂਪੀ ਰੋਗ ਪੈਦਾ ਹੁੰਦਾ ਹੈ। ਵੱਡਾ ਖਇਆ ਸੋ ਖਈ ਰੋਗ ਪੈਦਾ ਹੋਣ ਕਾਰਨ ਦੇਹ ਬਿਨਾਸੀ ਮਹਾ ਖਇਆ। ਜਿਸ ਤਰ੍ਹਾਂ ਕੋੜੀ ਬੰਦਿਆਂ ਦੀਆਂ ਉਂਗਲਾਂ ਝੜ ਜਾਂਦੀਆਂ ਨੇ, ਕਈਆਂ ਦੇ ਪੈਰ ਡੁੱਡੇ ਹੋ ਜਾਂਦੇ ਨੇ, ਉਂਗਲਾਂ ਡੁੱਡੀਆਂ ਹੋ ਜਾਂਦੀਆਂ, ਪੱਟੀ ਬੰਨੀ ਰੱਖਦੇ ਨੇ, ਮੱਖੀਆਂ ਪਿਣਕਦੀਆਂ ਰਹਿੰਦੀਆਂ, ਲੰਗੜੀ ਟਾਂਗ ਹੀ ਤਲਦੇ ਰਹਿੰਦੇ, ਫਿਰ ਵੀ ਨਹੀਂ ਛੱਡਦੇ ਨਿੰਦਿਆ ਕਰਨੀ, ਮਾਰ ਕੁਟਾਈ। ਤੋ ਇਸ ਤਰ੍ਹਾਂ ਦਾ ਸੁਭਾਅ ਨਹੀਂ ਹੋਣਾ ਚਾਹੀਦਾ। ਦੇਹ ਜਿਹੜੀ ਹੈ ਨਹੀਂ ਤਾਂ ਕੋੜ ਦੇ ਨਾਲ ਨਾਸ਼ ਹੁੰਦੀ ਜਾਊਗੀ। 1 ਮਾਰਚ ਦੀ
मैं खबर सुनी, एक गुरमुख प्यारे फतेहगढ़ चूड़ियां के नज़दीक दे व्हील चेयर ते परिवार दुख भंजनी बेरी हेठ लैके आया। आप उठ के सरोवर च भी इशनान नहीं सी कर सकते, बाल्टियां भर के ਉਹਦੇ सिर च पाइयां ते व्हील चेयर ते ही ਉਹਨੂੰ हरमंदर साहिब दर्शन जोड़ी अगे लिजाया गया। दर्शनी जोड़ी तो अगे व्हील चेयर नहीं जाती, ਉਹਨੂੰ चुक चक के ते अंदर लिजाया गया। जब अरदास हुई, अरदास तो बाद गुरु रामदास ने इन्नी कृपा की, पता नहीं किहड़ी बीमारी नाल उहदियां लत्तां ब्लॉक होईयां सन, नाड़ियां चलदियां नहीं, सुक्कियां पईयां सन, जाम होईयां सन। अरदास सुनदियां सारी मत्था टेक आपदियां लत्तां ते खड़ा हो गया। ਉਹਦੀ मैं फोटो वेखी है, गज के आखो सतनाम श्री वाहिगुरू। परिक्रमा जदों ਸਰੋਪਾ पा रहे, अंदर तो ਉਹਨੂੰ चुक के लैके गए व्हील चेयर ते मुड़ के बाहर वो आपदी लत्तां नाल तुर गया। परिक्रमा की उन्हें चंगे भले ने। मतलब जे तां विगड़िया शरीर गुरु घर आ जाए तो माफ़ी मंगे, फिर तो महाराज की कृपा हो जाती। ते जे चंगा भला भी होवे ते गुरुद्वारे की निंदिया शुरू कर दे ते साध संगत जी हो, फिर ਉਹਦੇ ਤੇ कष्ट भी आ जाता। जे लाभ है तो फिर निंदिया करन दा नुकसान भी है, दोवें गल्लां ही हन। इसलिए संत की निंदा करो ना कोई, संतां दी संगत की निंदिया कोई भी ना करो, जो निंदा तिसका पतन होए। जिहड़ा निंददा है ਉਹਦਾ नाश हो जाता है। ये जिहड़ी देह है ये कोड़ नाल ग्रसी जाती। रामकली की तीजी वार जिन्ना उचारी, उन्हां दा नाम सी राय बलवंड ते सत्ता ढूंढ। उन्होंने सतगुरु अर्जन देव जी ने तो बुरा भला आखिया ही, पर गुरु साहब ने माफ़ कर दिता। जब महाराज के मूँह ते ही श्री गुरु नानक देव जी की निंदिया की कि गुरु नानक साहब नाल भी साडी कोल दा मरदाना सी, तां दुनिया गुरु साहब नूं मनदी सी, कीर्तन हुंदा सी। जे मरदाना कीर्तन ना करदा हुंदा गुरु नानक साहब ने किहनूं मत्था टेकना सी। जद ये गल आखी कि मां ने आख्या तुसीं फिट गए हो। उन्हां दा शरीर कोड़ दी रोग नाल फिट गया। फिर बड़ी मुश्किल गुरु साहब ने उन्हां नूं माफ़ कीता, वार उचारी। गुरु साहबान दी जिस मूँह नाल निंदिया की उसी नाल उस्तति की, तां साध संगत जीओ शरीर तंदुरुस्त होया। फिर दाग नहीं सी गए, दुख भंजनी बेरी हेठ इशनान करके वो दाग भी चले गए। इंज ये गुरु घर दा निजम है, निंदा भली किसे की नाही, मनमुख मुग्ध करन मोह काले ते निंदका, नरके घोर भवन। निवाजे तिन ही साजे। जिस वाहिगुरु ने कृपा करके संत जन शुभ गुणा नाल वडियाए हन, उसे परमेश्वर ने ही साजना कीते हन, या उसे वाहिगुरु ने ही वैराग विवेक खट समझ आदि साधन संत जना दे हिरदे अंदर साजना कीते हन। आपे कीने संत जाया, सो आप ही संतां दे हिरदे विच महाराज ने ये जिहड़े शुभ गुण हैं वो पैदा कर दिते हैं, साजना कीते हैं। नानक दास कंठ लाए राखे। सतगुरु साहब जी कथन करते ने कि जो मेहरबान परमेश्वर अकाल पुरख वाहिगुरु है, उस वाहिगुरु ने अपने जिहड़े दास ने सेवक ने वो आपदे गले ना ला के रखे हैं। जिसके सिर ऊपर तू स्वामी सो दुख कैसा पावे, बोल न जाने माया मंद माता मरना जीत न आवे। सो आपदे सेवकां नूं जो सरने आवे तिस कंठ लावे। जिस तरह मां हमेशा आपदे बच्चे नूं गले ना ला के रखदी है, इंज जिहड़ा सरन आउंदा उहनूं महाराज किरपा रूपी गले ना ला के रख दे। जो सरन आवे तिस कंठ लावे, ये बिरद स्वामी संदा, ये साडे मालक वाहिगुरू दा सुभाअ है।
ਕਿਰਪਾ ਪਾਰ ਬ੍ਰਹਮ ਮਾਇਆ। ਪਰਮੇਸ਼ਰ ਨੇ ਦਇਆ ਦ੍ਰਿਸ਼ਟੀ ਕਰਕੇ ਆਪਣੇ ਸੇਵਕ ਅਭੇਦ ਨਿਸ਼ਚੈ ਰੂਪ ਗੱਲ ਨਾਲ ਲਾ ਕੇ ਰੱਖਣਾ ਕੀਤੇ। ਮਿਹਰਬਾਨੀ ਕਰਕੇ, ਕਿਰਪਾ ਕਰਕੇ, ਮਾਇਆ ਕਰਕੇ। ਰਾਮਕਲੀ ਮਹਲਾ ਪੰਜਵਾ। ਰਾਮਕਲੀ ਰਾਗ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪੂਰਨ ਗੁਰੂ ਅਤੇ ਵਾਹਿਗੁਰੂ ਨੂੰ ਇੱਕੋ ਸਰੂਪ ਜਾਣ ਕੇ ਮਹਿਮਾ ਕਥਨ ਕਰਦੇ ਹਨ। ਪੂਰੇ ਗੁਰ ਕੀ ਦੇਖ ਵਡਾਈ। ਮਿਰਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਣ ਮਿਲਾਇਆ। ਪਸ਼ੂ ਪ੍ਰੇਤ ਮੁਗਧ ਭਏ ਸਰੋਤੇ, ਹਰ ਨਾਮਾ ਮੁਖ ਗਾਇਆ। ਪੂਰੇ ਗੁਰ ਕੀ ਦੇਖ ਵਡਾਈ। ਇਉਂ ਇਹ ਮਹਾਰਾਜ ਵਾਹਿਗੁਰੂ ਦਾ ਪਾਵਨ ਸਰੂਪ ਗੁਰੂ ਮਹਾਰਾਜ ਦੀ ਸਮਰੱਥਾ ਹੈ। ਐਸਾ ਪੂਰਾ ਗੁਰਦੇਵ ਸਹਾਈ। ਪੂਰਾ ਸਤਿਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਅਜਿਹਾ ਸਹਾਇਤਾ ਕਰਨ ਵਾਲਾ ਹੈ। ਜਾ ਕਾ ਸਿਮਰਨ ਬਿਰਥਾ ਨਾ ਜਾਈ। ਜਿਸ ਮਹਾਰਾਜ ਦਾ ਕੀਤਾ ਭਜਨ ਨਿਸਫਲ ਨਹੀਂ ਜਾਂਦਾ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਦਰਸ਼ਨ ਪੇਖਤ ਹੋਏ ਨਿਹਾਲ। ਜਿਸ ਪੂਰਨ ਗੁਰੂ ਦੇ ਦਰਸ਼ਨ ਦਿਦਾਰੇ ਵੇਖਣ ਕਰਕੇ ਦੁੱਖਾਂ ਤੋਂ ਰਹਿਤ ਹੋ ਜਾਈਦਾ ਜਾਂ ਆਨੰਦਿਤ ਹੋ ਜਾਈਦਾ ਹੈ। ਘਰਾਂ ਦੇ ਵਿੱਚ ਤਾਂ ਰੋਣਾ ਧੋਣਾ ਹੀ ਚੱਲਦਾ ਰਹਿੰਦਾ। ਜਿਉਂ ਹੀ ਗੁਰਦੁਆਰੇ ਦੇ ਵਿੱਚ ਐਂਟਰ ਕਰੀਦਾ ਜਾਂ ਗੁਰੂ ਘਰ ਆਉਣਾ ਸ਼ੁਰੂ ਕੀਤਾ, ਸਭ ਰੋਣਾ ਧੋਣਾ ਖਤਮ ਹੋ ਗਿਆ, ਮਨ ਪ੍ਰਸੰਨ ਹੋ ਜਾਂਦਾ ਹੈ। ਜਾ ਕੀ ਧੂੜ ਕਾਟੈ ਜਮ ਜਾਲ। ਜਿਸ ਗੁਰੂ ਦੀ ਚਰਨ ਧੂੜੀ ਜਮਾਂ ਦਾ ਜਾਲ ਬੰਧਨਾਂ ਨੂੰ ਕੱਟ ਦਿੰਦੀ ਹੈ। ਦਰਸ਼ਨ ਦੇਖ ਦੋਖ ਨਸੇ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਪੂਰਨ ਕਰਮ ਹੋਏ ਪ੍ਰਭ ਮੇਰਾ। ਚਰਨ ਕਮਲ ਬਸੇ ਮੇਰੇ ਮਨ ਕੇ। ਇਹ ਭਾਈ ਜਦ ਸਾਡੇ ਚਿੱਤ ਦੇ ਵਿੱਚ ਐਸੇ ਪੂਰਨ ਗੁਰੂ ਦੇ ਕਮਲ ਸਰੀਖੇ ਚਰਨ ਆ ਕੇ ਵਸ ਗਏ ਹਨ। ਕਾਰਜ ਸਵਾਰੇ ਸਗਲੇ ਤਨ ਕੇ। ਤਾਂ ਸਾਡੇ ਸਾਰੇ ਸਰੀਰਾਂ ਦੇ ਸਾਰੇ ਲੋਕ ਪਰਲੋਕ ਦੇ ਜਾਂ ਸੰਸਾਰਕ ਦੇ ਵਿਵਹਾਰਕ ਕੰਮ ਮਹਾਰਾਜ ਨੇ ਆਪ ਹੀ ਸੰਵਾਰ ਦਿੱਤੇ, ਠੀਕ ਕਰ ਦਿੰਦੇ ਨੇ। ਸਰੀਰ ਸਾਡਾ ਸੁੱਕਾ ਸੜਿਆ ਸੀਗਾ ਤੇ ਦੁੱਧ ਘਿਓ ਵੀ ਨਹੀਂ ਸੀ ਲੱਗਦਾ, ਤੇ ਜਦੋਂ ਦੇ ਗੁਰਦੁਆਰੇ ਆਏ ਆ ਉਹ ਪਾਣੀ ਵੀ ਘਿਓ ਵਾਂਗ ਹੈ। ਉਹ ਵੀ ਸੋਚ ਕੇ ਪੀਣਾ ਪੈਂਦਾ ਵੀ ਜ਼ਿਆਦਾ ਪੀਤਾ ਗਿਆ ਤੇ ਫਿਰ ਮੋਟਾਪਾ ਵੱਧ ਜਾਊਗਾ। ਇੰਨੀ ਪਾਣੀ 'ਚ ਵੀ ਮਹਾਰਾਜ ਨੇ ਤਾਕਤ ਭਰ ਦਿੱਤੀ। ਤੇ ਉਹ ਚੰਗੀਆਂ ਭਲੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਤੇ ਉਹਨਾਂ ਦਾ ਕੋਈ ਅਸਰ ਨਹੀਂ ਸੀਗਾ। ਇਹ ਮਹਾਰਾਜ ਨੇ ਸਾਡੇ ਸਰੀਰ ਦੇ ਕੰਮ ਸੂਖੇ ਹਰੇ ਕੀ ਅਖਨ ਮਾਹੇ, ਸਭ ਬਿਮਾਰੀਆਂ ਛੱਪੜ ਛੁੱਟ ਕੇ ਵੇਸਟ ਕਰ ਦਿੱਤੀਆਂ। ਕੋਈ ਦਵਾਈ ਬੂਟੀ ਦੀ ਲੋੜ ਹੀ ਨਹੀਂ ਪੈਂਦੀ। ਤੋ ਇਹ ਜਿਹੜੇ ਸਰੀਰ ਦੇ ਤੰਦਰੁਸਤੀ ਦੇ ਕੰਮ ਸੀਗੇ ਤੇ ਜਿਹੜਾ ਦਿਮਾਗ ਭੋਇਆ ਰਹਿੰਦਾ ਸੀ, ਹਮੇਸ਼ਾ ਹੀ ਚੱਕਰ 'ਚ ਪਿਆ ਰਹਿਣਾ, ਸੁੱਤੇ ਪਿਆ ਵੀ ਜਾਗਦਿਆਂ ਵੀ ਐਵੇਂ ਘੁੰਮੀ ਜਾਣਾ। ਜਿਸ ਤਰ੍ਹਾਂ ਆਪਦੇ ਮਾਂ ਪਿਓ ਦੇ ਗੋਡੇ ਲਾਗੇ ਬੈਠਿਆਂ ਸਭ ਚਿੰਤਾ ਖਤਮ ਹੋ ਜਾਂਦੀ ਹੈ। ਜਿੰਨਾ ਚਿਰ ਮਾਂ ਪਿਓ ਸਿਰ ਤੇ ਨੇ ਉਹਨਾਂ ਚਿਰ ਬੰਦੇ ਨੂੰ ਫਿਕਰ ਕੋਈ ਨਹੀਂ ਰਹਿੰਦਾ। ਤੋ ਇੰਝ ਹੀ ਜਿੰਨਾ ਚਿਰ ਗੁਰੂ ਘਰ ਦੇ ਵਿੱਚ ਹਾਂ ਜਾਂ ਗੁਰੂ ਜੀ ਦਾ ਆਸਰਾ ਤੱਕਦੇ ਆ, ਉਹਨਾਂ ਚਿਰ ਮਨ ਹੌਸਲੇ ਦੇ ਸਹਿਤ ਰਹਿੰਦਾ। ਤੇ ਜਿਉਂ ਹੀ ਬੇਮੁਖਤਾਈ ਵਾਲੀ ਗੱਲ ਹੋ ਜਾਏ ਫਿਰ ਚਿੰਤਾ ਆ ਕੇ ਘੇਰ ਲੈਂਦੀ ਹੈ। ਤੇ ਇਸ ਲਈ ਮਹਾਰਾਜ ਦਾ ਬਚਨ ਹੈ ਵੀ ਸੱਚਾ ਬਚਨ ਤੁਹਾਡੇ ਨਾਲ ਕਰਦੇ ਆ। ਚਿੰਤ ਅਚਿੰਤਾ ਸਗਲੀ ਗਈ। ਗੁਰੂ ਸਾਹਿਬ ਕਹਿੰਦੇ ਸਾਡੀ ਸਾਰੀ ਚਿੰਤਾ ਚੁੰਤਾ ਖਤਮ ਹੋ ਗਈ। ਪ੍ਰਭ ਨਾਨਕ 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 ਮਈ। ਪ੍ਰਭੂ ਸਰੂਪ ਗੁਰੂ ਨਾਨਕ ਦਾ ਰੂਪ ਹੀ ਹੋ ਗਏ। ਮਹਾਰਾਜ ਦਾ ਨਾਮ ਲੈਂਦੇ ਆ, ਸਾਰੀ ਚਿੰਤਾ ਮਨ ਨੇ ਆਪਦੇ ਸਿਰ ਤੇ ਲੈ ਲਈ। ਤੇ ਨਾਨਕ ਚਿੰਤਾ ਮਤ ਕਰੋ। ਇੱਕੋ ਹੀ ਗੱਲ ਸਮਝਾ ਦਿੱਤੀ ਮਹਾਰਾਜ ਨੇ ਕਿ ਮਤਾ ਚਿੰਤਾ ਕਰੋ ਗੁਰਮੁਖੋ। ਚਿੰਤਾ ਤਿਸ ਹੀ ਹੈ, ਤਿਸ ਵਾਹਿਗੁਰੂ ਨੂੰ ਚਿੰਤਾ ਹੈ। ਜਲਮ ਹੈ ਜੰਤ ਉਪਾਇਕ, ਤਿਨਾ ਪੇ ਰੋਜੀ ਦੇ ਵਿੱਚ ਉਪਾਏ ਸਾਇਰਾ। ਤਿਨਾ ਪੇ ਸਾਰ ਕਰੇ, ਨਾਨਕ ਚਿੰਤਾ ਮਤ ਕਰੋ। ਚਿੰਤਾ ਤਿਸ ਹੀ ਹੈ।
ਕਈ ਕਹਿੰਦੇ ਜੰਗ ਲੱਗ ਜਾਣਾ, ਜੰਗ ਦੁਨੀਆ ਮਰ ਜਾਣੀ, ਦੁਨੀਆ ਦੇ ਨਾਲ ਹੀ ਆਪਾਂ ਕੋ ਵੱਖਰੇ ਥੋੜ੍ਹਾ। ਜੋ ਰੱਬ ਸਾਰਿਆਂ ਨਾਲ ਕਰੂ ਸਾਡੇ ਨਾਲ ਵੀ ਹੋਵੇ, ਫਿਰ ਚਿੰਤਾ ਕਾਹਦੀ। ਤੇ ਇਸ ਵਾਸਤੇ ਉਹਦੀ ਕੁਦਰਤ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਜੋ ਕੁਛ ਹੋਣਾ ਸੋ ਤਾਂ ਹੋਣਾ ਹੀ ਆ। ਇਸ ਲਈ ਕਬੀਰ ਜੀ ਕਹਿੰਦਾ ਵੀ ਇਹ ਵੀ ਚਿੰਤਾ ਛੱਡ ਦਿਓ ਭਾਈ, ਕੋਈ ਜੋਤਸ਼ੀ ਦੇ ਗੱਲਾਂ ਦੇ ਵਿੱਚ ਨਾ ਆਓ ਤੇ ਕਿਸੇ ਦੇ ਡਰਾਵੇ ਵਿੱਚ ਨਾ ਆਪਦਾ ਰੱਬ ਦਾ ਨਾਮ ਸੁਤੇ ਸੇ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਦੁਨੀਆ ਤੁਹਾਨੂੰ ਡਰਾਉਂਦੀ ਹੈ, ਡਰਦਿਆਂ ਨੂੰ ਡਰਾਉਂਦੀ ਹੈ, ਨਹੀਂ ਡਰੋਗੇ ਚੜ੍ਹਦੀ ਕਲਾ 'ਚ ਰਹੋਗੇ। मरने की चिंता नहीं, जीवन की नहीं आस, तू सर्व जियां प्रतिपाल ही लिख सास गरास। इउं शरीर दे सारे काम महाराज ने संपूर्ण कर दिते। लोक परलोक दे संसारिक दे व्यवहारिक ये भी काम सवार दिते हन। जाकै मस्तक राखै हाथ, जिस दे प्रतख मते अंतश के अनुरूप मस्तक दे उपर गुरु साहब ਕਿਰਪਾ ਰੂਪੀ ਹੱਥ ਰੱਖਣਾ ਕਰਦੇ ਹਨ। ਪ੍ਰਭ ਮੇਰੋ ਅਨਾਥ ਕੋ ਨਾਥ, ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਨੇ, ਉਸ ਨੂੰ ਸਾਡਾ ਉਹ ਪਿਆਰਾ ਪਰਮੇਸ਼ਰ ਪ੍ਰਾਪਤ ਹੋ ਜਾਂਦਾ ਜਿਹੜਾ ਯਤੀਮਾਂ ਦਾ ਮਾਲਕ ਹੈ। ਜਾ ਕੇ ਮਸਤਕ ਹਾਥ ਗੁਰ ਧਰੈ, ਸੋ ਦਾਸ ਅੰਦੇਸ਼ਾ ਕਾਹੇ ਕਰੈ। ਗੁਰੂ ਸਾਹਿਬ ਜੀ ਦੇ ਮੱਥੇ ਤੇ ਹੱਥ ਰੱਖਦੇ ਨੇ, ਉਹਨੂੰ ਸ਼ੰਕਾ ਕਰਨ ਦੀ ਕੀ ਲੋੜ ਹੈ। ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਜਿਹਦੇ ਸਿਰ 'ਚ ਇਹ ਮਾਲਕ ਤੇਰਾ ਹੱਥ ਹੈ, ਤੂੰ ਆਪ ਹੀ ਹੈ, ਸੋ ਦੁੱਖ ਕੈਸਾ ਪਾਵੇ। ਉਹ ਕਾਹਦੇ ਵਾਸਤੇ ਕਿਹੋ ਜਿਹਾ ਦੁੱਖ ਪਾਏਗਾ, ਭਾਵ ਦੁੱਖਾਂ ਤੋਂ ਛੁੱਟ ਜਾਏਗਾ। ਤੋ ਇਸ ਤਰ੍ਹਾਂ ਮਹਾਰਾਜ ਕਿਰਪਾ ਕਟਾਖ ਅਵਲੋਕਨ ਕੀ ਨੂੰ ਦਾਸ ਕਾ ਦੁੱਖ ਵਧਾਰੇ ਹੋ। ਸਾਡੇ ਸਿਰ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ। ਸੋਖਾਸਨ ਪ੍ਰਕਾਸ਼ ਵਕਤ ਪ੍ਰਤਾਖੀ ਹੈ। ਤੋ ਇਸ ਲਈ ਮਹਾਰਾਜ ਦਾ ਜਦ ਹੱਥ ਹੈ, ਫਿਰ ਡਰਨਾ ਕਾਹਦਾ, ਫਿਰ ਕਾਹਦੀ ਘਬਰਾਹਟ, ਕਾਹਦਾ ਸ਼ੰਕਾ ਹੈ। ਉਹ ਯਤੀਮਾਂ ਦਾ ਮਾਲਕ ਜਿਸ ਗੁਰੂ ਗੋਬਿੰਦ ਸਿੰਘ ਨੇ 8.5 ਸਾਲ ਦੀ ਉਮਰ 'ਚ ਆਪਦਾ ਪਿਤਾ ਇਸ ਦੇਸ਼ ਤੋਂ, ਇਸ ਕੌਮ ਤੋਂ ਬਾਹਰ ਦਿੱਤਾ, ਉਹ ਜੋ ਸਾਡਾ ਮਾਲਕ ਬਣਿਆ ਹੈ, ਫਿਰ ਕਾਹਦੀ ਚਿੰਤਾ ਕਰਨੀ ਹੈ। ਉਹ ਜਿਉਂਦਾ ਜਾਗਦਾ ਹੈ। ਪਦ ਤੇ ਉਦਾਹਰਣ ਕਿਰਪਾ ਨਿਦਾਨ, जिन्हें वचन दिता होया है कि जो हमरी फुन रहत सो राखै, गुरबाणी रस ने तुठ चाखै, मैं ताके सद रहूं सहायक, दुख विघ्न सगले तन कायक। जो परमेश्वर पापी पुरखों का भी उद्धार करने वाला है। तुसीं तां फिर भी चंगे भले हो, आपां नूं की होया, गुरुद्वारे तां बैठे ही आ ना। तो ਜਿਹੜੇ ਪਾਪੀ ਨੇ ਉਹਨਾਂ ਨੂੰ ਵੀ ਮਹਾਰਾਜ ਨੇ ਤਾਰ ਦਿੱਤਾ, ਉਹਦਾ ਵੀ ਉਧਾਰ ਕਰਨ ਵਾਲਾ ਹੈ। ਸੰਗਤ ਨੂੰ ਕਿਉਂ ਨਹੀਂ ਤਾਰੂਗਾ, ਫਿਰ ਕਿਉਂ ਸ਼ੰਕਾ ਕਰਦੇ ਹੋ। ਸਦਾ ਸਦਾ ਜਾਈਐ ਕੁਰਬਾਨ, ਉਸ ਪਰਮੇਸ਼ਰ ਦੇ ਉੱਪਰੋਂ ਹਮੇਸ਼ਾ ਹਮੇਸ਼ਾ ਲਈ ਇਸ ਵਾਸਤੇ ਕੁਰਬਾਨ ਬਲਿਹਾਰ ਹੀ ਜਾਣਾ ਕਰੀਏ। ਨਿਰਮਲ ਮੰਤ ਦੇ ਜਿਸ ਦਾਨ, ਜੋ ਉਜਲ ਵਾਹਿਗੁਰੂ ਗੁਰਮੰਤਰ ਹੈ। वाहिगुरु गुरमंत्र उज्जल है, जो पापा रूपी मैल तो रहत करने वाला वाहिगुरु गुरमंत्र, वाहिगुरु गुरमंत्र है। जप होमे कोई, जिसनों गुरु साहब जी इस गुरमंत्र का दान बख्शदे हन। ये जिहड़ा नाम है, ये पैसे नाल नहीं मिलता, कंचन से पाइया नहीं तोड़, सोने चांदी नाल नहीं मिलता, ये दान रूप च गिफ्ट रूप च मिलता है। बख्शिश रूप विच बख्शीस वजो मिल एक नाम, ये जद महाराज ने सानू दान दिता। तुझह विकार बिनसै अभिमान, काम क्रोध आदि विकारां नूं त्याग दिंदा ते उहदे अंदरों साधना दा गुणां दा हंकार भी नाश हो जाता है। एक ਧਿਆਈਐ साध कै संग, इस लिए हे भाई श्रेष्ठ जनां दी संगत दे नाल मिल के एक अकाल पुरख ਨੂੰ ਧਿਆਉਣਾ ਆਰਾਧਨਾ ਕਰੀਏ ਅਤੇ ਆਪ ਬਿਨਾਸੇ ਨਾਮ ਕੈ ਰੰਗ, ਪਰਮੇਸ਼ਰ ਦੇ ਨਾਮ ਦੇ ਨਾਲ ਪ੍ਰੇਮ ਕਰਕੇ ਸਾਰੇ ਗੁਨਾਹ ਪਾਪ ਨਾਸ਼ ਹੋ ਜਾਂਦੇ ਹਨ। ਗੁਰ ਪਰਮੇਸ਼ਰ ਸਗਲ ਨਿਵਾਸ, ਸਤਿਗੁਰੂ ਤੇ ਪਰਮਾਤਮਾ
ਜਾਂ ਪਰਮੇਸ਼ਰ ਸਰੂਪ ਗੁਰੂ ਜਾਂ ਗੁਰਾਂ ਦਾ ਸਰੂਪ ਪਰਮੇਸ਼ਰ ਸਾਰਿਆਂ ਤਾਵਾਂ ਦੇ ਵਿੱਚ ਵਾਸਾ ਕਰਦਾ, ਨਿਵਾਸ ਕਰਦਾ ਹੈ। ਘਟ ਘਟ ਰਵ ਰਹਿਆ ਗੁਣਤਾਸ। ਸ਼ੁਭ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਗੁਰੂ ਚਾਰ ਖਾਣੀਆਂ ਦੇ ਘਟਾਂ ਘਟਾਂ 'ਚ ਮਿਲ ਰਿਹਾ, ਵਿਆਪਕ ਹੋ ਰਿਹਾ ਹੈ। ਦਰਸ ਦੇਹ ਧਾਰੋ ਪ੍ਰਭ ਆਸ। ਇਹ ਪਰਮੇਸ਼ਰ, ਮੈਂ ਬਹੁਤ ਸਮੇਂ ਤੋਂ ਆਪਣੇ ਮਨ ਵਿੱਚ ਆਸ ਉਮੀਦ ਧਾਰਦਾ ਹਾਂ, ਕਿਰਪਾ ਕਰਕੇ ਆਪ ਜੀ ਮੈਨੂੰ ਆਪਣਾ ਦਰਸ਼ਨ ਬਖਸ਼ ਦੇਣਾ ਕਰੋ ਜੀ। ਜਿਵੇਂ ਭਾਈ ਕਨਈਆ ਜੀ ਨੂੰ, ਭਾਈ ਨੰਦ ਲਾਲ ਜੀ ਨੂੰ, ਸੋ ਮੁਸਲਮਾਨਾਂ ਵਿੱਚੋਂ ਹਰੇਕ ਵਿੱਚੋਂ ਆਪਣੇ ਦਰਸ਼ਨ ਬਖਸ਼ਿਆ ਸੀਗਾ। ਉਂਝ ਤਾਂ ਆਪਾਂ ਸਵੇਰੇ ਸ਼ਾਮ ਕਰਦੇ ਹੀ ਹਾਂ, ਲਾਗੇ ਬੈਠ ਕੇ ਕਿੰਨਾ ਕੁ ਚਿਰ ਕਰ ਸਕਦੇ ਹਾਂ। ਤੋ ਹਿਰਦੇ ਦੇ ਵਿੱਚ ਹਮੇਸ਼ਾ ਹੀ ਪ੍ਰਕਾਸ਼ ਰੂਪ ਦੇ ਦਰਸ਼ਨ ਮਹਾਰਾਜ ਬਖਸ਼ਿਆ ਕਰੋ। ਸਭ ਮੈਂ ਜੋਤ ਜੋਤ ਹੈ ਸੋਏ, ਜੋਤੀ ਸਰੂਪ ਦੇ ਸਭਨਾ ਵਿੱਚ ਸਭੈ ਘਟ ਰਾਮ ਬੋਲੇ, ਘਟ ਘਟ ਮੈਂ ਹਰ ਜੋ ਬਸੈ। ਐਸੇ ਦਰਸ਼ਨ ਬਖਸ਼ਣਾ ਕਰੋ। ਕਾਹੀ ਰਿਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਐਸੀ ਬਖਸ਼ਿਸ਼ ਕਰੋ ਜੀ। ਇਹ ਮੇਰੇ ਮਨ ਵਿੱਚ ਆਸ ਹੈ। ਆਸ ਪਿਆਸੀ ਫਿਰ ਕਹਿ ਤਾਈ, ਜਿਉ ਚਾਤਰਕ ਬੋਂਦੇ ਰੇ। ਕਹੋ ਨਾਨਕ ਜੀੜਾ ਬਲਿਹਾਰੀ, ਦੇਹੋ ਦਰਸ ਪ੍ਰਭ ਮੇਰੇ। ਨਿਤ ਨਾਨਕ ਚਿਤਵੈ ਸਾਚੇ ਅਰਦਾਸ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਸੱਚੀ ਅਰਦਾਸ ਬੇਨਤੀ ਹੈ। ਨਿਤਾ ਪ੍ਰਤੀ ਆਪ ਜੀ ਨੂੰ ਹੀ ਅਸੀਂ ਯਾਦ ਕਰਦੇ ਰਹਿੰਦੇ ਹਾਂ। ਰਾਗ ਰਾਮਕਲੀ ਮਹਲਾ ਪੰਜਵਾ। ਰਾਮਕਲੀ ਰਾਗ ਦੇ ਅੰਦਰ ਪੰਜਵੇਂ ਸਰੋਪ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਘਰ ਦੂਜਾ ਦੂਜੇ ਸੁਰ ਤਾਲ ਅੰਦਰ ਦੁਪਦੇ ਦੋ ਪਦੀਆਂ ਵਾਲੇ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓੰਕਾਰ। ਸੋ ਵਸਤੂ ਨਿਰਦੇਸ਼ ਮੰਗਲ ਕਰਦੇ ਨੇ, ਕਿਉਂਕਿ ਪ੍ਰਕਰਨ ਜੋ ਬਦਲਿਆ। ਵਾਹਿਗੁਰੂ ਇੱਕ ਅਦੁੱਤੀ ਪਰਮੇਸ਼ਰ, ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ। ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤ ਗੁਰ ਪ੍ਰਸਾਦ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਗਾਵਹੁ ਰਾਮ ਕੇ ਗੁਣ ਗੀਤ। ਇਹ ਭਾਈ ਰਮੰਤੀ ਸਾਰਾਮਾ ਪਰਮੇਸ਼ਰ ਦੇ ਗੁਣਾਂ ਨੂੰ ਗੀਤ ਸ਼ਬਦਾਂ ਦੇ ਦੁਆਰਾ, ਕੀਰਤਨ ਦੇ ਦੁਆਰਾ, ਛੰਦਾਬੰਦੀ ਦੇ ਰਾਹੀਂ ਤੇ ਰਾਗ ਵਿੱਚ ਪਾ ਪਾ ਕੇ, ਜੋੜੀ ਦੇ ਤਾਲ ਦੇ ਨਾਲ ਜਾਂ ਢੋਲਕੀ ਛੈਣੇ ਚਿਮਟਿਆਂ ਨਾਲ ਇਹਨੂੰ ਗਾਉਣਾ ਕਰੋ, ਉੱਚੀ ਉੱਚੀ ਬੋਲਣਾ ਕਰੋ। ਨਾਮ ਜਪਤ ਪਰਮ ਸੁਖ ਪਾਈਐ। ਪਰਮੇਸ਼ਰ ਦਾ ਨਾਮ ਜਪਦਿਆਂ ਵੱਡਾ ਸੁਖ, ਵੱਡਾ ਆਨੰਦ, ਬ੍ਰਹਮਾਨੰਦ ਪ੍ਰਾਪਤ ਕਰ ਲਈਦਾ ਹੈ। ਇਸ ਲਈ ਐਸਾ ਕੀਰਤਨ ਕਰ ਮਨ ਮੇਰੇ, ਈਹਾ ਊਹਾ ਜੋ ਕਾਮ ਤੇਰਾ। ਆਵਾ ਗਾਉਣ ਮਿਟੈ ਮੇਰੇ ਮੀਤ। ਹੇ ਮੇਰੇ ਮਿੱਤਰੋ, ਹੇ ਮੇਰੇ ਸੱਜਣੋ, ਆਉਣਾ ਜਾਣਾ, ਜੰਮਣਾ ਤੇ ਮਰਨਾ ਤੁਹਾਡਾ ਮਿਟ ਜਾਵੇਗਾ, ਨਿਵਰਤ ਹੋ ਜਾਏਗਾ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਗੁਣ ਗਾਵਤ ਹੋਵਤ ਪ੍ਰਗਾਸ। ਪਰਮੇਸ਼ਰ ਦੇ ਜਸ ਰੂਪ ਗੁਣ ਗਾਉਣੇ ਕਰਕੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦਾ, ਹਰਿ ਕਰ ਕਿਰਪਾ ਮਨ ਵਸ ਜੀਓ। ਸੋ ਵਾਹਿਗੁਰੂ ਦਾ ਅਰਥ ਹੀ ਪ੍ਰਕਾਸ਼ ਹੈ, ਜੋ ਗਿਆਨ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਚਾਨਣ ਕਰਨੇ ਵਾਲਾ, ਉਹ ਹਿਰਦੇ ਚ ਵਸ ਜਾਂਦਾ ਪ੍ਰਕਾਸ਼ ਰੂਪ। ਚਰਨ ਕਮਲ ਮਹਿ ਹੋਏ ਨਿਵਾਸ। ਜਿਵੇਂ ਜਿਵੇਂ ਕਥਾ ਕੀਰਤਨ ਮਹਾਰਾਜ ਦੇ ਸ਼ਬਦਾਂ ਦਾ ਗਾਇਨ ਕਰੋਗੇ, ਬਾਣੀ ਦੁਆਰਾ ਵਾਹਿਗੁਰੂ ਦੇ ਜਸ ਗੁਣ ਗਾਓਗੇ, ਤੁਹਾਡੇ ਹਿਰਦੇ ਅੰਦਰ ਚਾਨਣ ਹੀ ਚਾਨਣ, ਪਰਮੇਸ਼ਰ ਗੁਰਾਂ ਦੇ ਚਰਨ ਕਮਲਾਂ ਵਿੱਚ ਤੁਹਾਡਾ ਵਾਸਾ ਹੋ ਜਾਵੇਗਾ। ਸੰਤ ਸੰਗਤ ਮਹਿ ਹੋਏ ਉਦਾਰ। ਸੰਤਾਂ ਮਹਾਤਮਾ ਜਨਾਂ ਦੀ ਸੰਗਤ 'ਚ ਮਿਲਣੇ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ। ਨਾਨਕ ਭਵ ਜਲ ਉਤਰਸ ਪਾਰ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਭਾਈ ਸੰਸਾਰ ਸਮੁੰਦਰ ਤੋਂ ਇਨਸਾਨ ਪਾਰ ਉਤਰ ਜਾਂਦਾ ਹੈ। ਰਾਮ ਕਲੀ
ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਅਗਲਾ ਸ਼ਬਦ ਰਾਮਕਲੀ ਰਾਗ ਵਿੱਚ ਉਚਾਰ ਰਹੇ ਹਨ। ਗੁਰਪੂਰਾ ਮੇਰਾ ਗੁਰਪੂਰਾ। हे ਭਾਈ ਮੇਰਾ ਸਤਿਗੁਰੂ ਪੂਰਨ ਹੈ, ਮੇਰਾ ਸਤਿਗੁਰੂ ਪੂਰਨ ਹੈ। ਇਸ ਪ੍ਰਕਾਰ ਗੁਰਪੂਰਾ ਮੇਰਾ ਗੁਰਪੂਰਾ। ਪੂਰਨ ਚੇਤਨ ਬ੍ਰਹਮ ਦਾ ਸਰੂਪ ਮੇਰਾ ਪੂਰਾ ਸਤਿਗੁਰੂ ਹੈ, ਜਾਂ ਚੇਤਨ ਬ੍ਰਹਮ ਦਾ ਸਰੂਪ ਮੇਰਾ ਪੂਰਾ ਸਤਿਗੁਰੂ ਬ੍ਰਹਮ ਮੁਕਤੀ ਨਾਮ ਆਦਿਕ ਦੁਆਰਾ ਸਭਨਾਂ ਨੂੰ ਪੂਰਤ ਕਰਨੇ ਵਾਲਾ ਹੈ। ਰਾਮ ਨਾਮ ਜਪ ਸਦਾ ਸੁਹੇਲੇ। ਐਸੇ ਪੂਰਨ ਸਤਿਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਜਪ ਕੇ ਹਮੇਸ਼ਾ ਸੁਖ ਦੇ ਸਹਿਤ ਹੋਈਦਾ ਹੈ। ਸਗਲ ਬਿਨਾਸੇ ਰੋਗ ਕੂਰਾ। ਅਤੇ ਕਰੜਾ ਅਗਿਆਨ ਰੂਪ ਰੋਗ ਸਾਰਾ ਨਾਸ਼ ਹੋ ਗਿਆ, ਜਾਂ ਝੂਠ ਆਦਿਕ ਸਾਰੇ ਰੋਗ ਨਾਸ਼ ਹੋ ਗਏ ਨੇ, ਜਾਂ ਹੰਕਾਰ ਆਦਿਕ ਰੋਗ ਤੇ ਸੰਕਲਪਾਂ ਵਿਕਲਪਾਂ ਰੂਪ ਸਾਰਾ ਕੂੜਾ ਕਰਕਟ ਨਾਸ਼ ਹੋ ਗਿਆ ਹੈ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਏਕ ਅਰਾਧ ਹੋ ਸਾਚਾ ਸੋਇ। ਇੱਕ ਓੰਕਾਰ ਰੂਪ ਏਕਸ ਕੇ ਗੁਣ ਗਾਓ ਅਨੰਤ। ਇੱਕੋ ਜਪ ਇੱਕੋ ਸਾਲਾ ਹੈ। ਇੱਕ ਜਿਹੜਾ ਸੱਚਾ ਸਰੂਪ ਪਰਮੇਸ਼ਰ ਹੈ। ਸਾਧ ਸੰਗਤ ਜੀਓ ਸਾਰਾ ਸੰਸਾਰ ਉਸੇ ਦੀ ਸ਼ੋਭਾ ਕਰ ਰਿਹਾ ਹੈ। ਤੁਸੀਂ ਵੀ ਇੱਕ ਉਸ ਵਾਹਿਗੁਰੂ ਨੂੰ ਹੀ ਆਰਾਧਨਾ ਕਰੋ, ਧਿਆਉਣਾ ਕਰੋ। ਕਲਗੀਧਰ ਜੀ ਦਾ ਹੁਕਮ ਹੈ, ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ। ਇੱਕ ਜੋਤੀ ਸਰੂਪ ਦਾ ਆਰਾਧਨਾ ਕਰੋ। ਜਾ ਕੀ ਸਰਣ ਸਦਾ ਸੁਖ ਹੋਏ। ਕੇਵਲ ਉਸ ਇੱਕ ਸੱਚੇ ਪਰਮੇਸ਼ਰ ਨੂੰ ਧਿਆਉਣਾ ਕਰੋ, ਜਿਸ ਪਰਮੇਸ਼ਰ ਦੀ ਸ਼ਰਨ ਓਟ ਵਿੱਚ ਪੈ ਕੇ ਹਮੇਸ਼ਾ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ। ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ। ਲੋਕ ਥੱਬਾ ਥੱਬਾ ਗੋਲੀਆਂ ਦਾ ਖਾਂਦੇ ਨੇ, ਫਿਰ ਵੀ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਟੀਕੇ ਲਵਾ ਕੇ ਘੜੀ ਕੀ ਸੌਂਦੇ, ਫਿਰ ਜਾਗ ਪੈਂਦੇ। ਤੇ ਇੱਥੇ ਮਹਾਰਾਜ ਕਹਿੰਦੇ ਭਈ ਇਕਾਗਰਤਾ ਦੇ ਵਿੱਚ, ਅਸਲ ਦੇ ਵਿੱਚ ਜਦ ਮਨ ਇਕਾਗਰ ਹੋਏ ਤਾਂ ਨੀਂਦਰ ਆਉਂਦੀ ਹੈ। ਦੁਨੀਆ ਦਾ ਮਨ ਭਟਕਦਾ ਹੈ, 100 ਸੋਚਾਂ ਨੇ, ਤਾਂ ਉਹ ਆਰਾਮ ਨਹੀਂ ਕਰ ਸਕਦੇ। ਜੇ ਕਰਦੇ ਵੀ ਨੇ ਤਾਂ ਸੁਪਨਿਆਂ ਦੇ ਵਿੱਚ ਬੇਰਾਮੀ ਜੀ ਉੱਠ ਖਲੋਂਦੇ ਨੇ, ਜਿਵੇਂ ਸਰੀਰ ਨੂੰ ਕਿਸੇ ਨੇ ਮਾਰਿਆ, ਕੁੱਟਿਆ, ਕਸ਼ਟ ਦਿੱਤਾ ਹੋਏ। 8-8 ਘੰਟੇ ਸੌਣ ਤੋਂ ਬਾਅਦ ਵੀ ਸਰੀਰ ਇੰਨਾ ਦਰਦ ਕਰਦਾ। ਬੰਦਾ ਪੁੱਛੇ ਵੀ ਇੰਨਾ ਸੌਂ ਵੀ ਲਿਆ ਤੇ ਫਿਰ ਸਰੀਰ ਨੇ ਆਰਾਮ ਕਿਉਂ ਨਹੀਂ ਕੀਤਾ? ਕਾਰਨ ਕੀ ਹੈ? ਵੀ ਭਟਕਣਾ ਹੈ। ਸੁੱਤੇ ਪਿਆ ਵੀ ਸੁਪਨੇ ਵਿੱਚ ਵੀ ਬੰਦਾ ਦੌੜ ਭੱਜ ਵਿੱਚ ਹੈ, ਤੋ ਇਕਾਗਰਤਾ ਨਹੀਂ ਹੈ। ਸੋ ਇੱਥੇ ਮਹਾਰਾਜ ਦੀ ਐਸੀ ਕਿਰਪਾ ਹੈ, ਜਦ ਇਕਾਗਰ ਚਿੱਤ ਹੋ ਗਿਆ, ਸੁਖਮਨੀ ਸਾਹਿਬ ਦਾ ਪਾਠ ਕਰਨ ਤੋਂ, ਕਥਾ ਕੀਰਤਨ ਤੋਂ, ਨਿਤਨੇਮ ਤੋਂ, ਭਜਨ ਬੰਦਗੀ ਤੋਂ, ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰਨ ਤੋਂ, ਤੇ ਉਸ ਵਕਤ ਸਮਾਧੀ ਰੂਪ ਨੀਂਦ ਆ ਗਈ, ਸ਼ਾਂਤੀ ਰੂਪ ਨੀਂਦ ਆ ਗਈ। ਜਿਹੜੀ ਨੀਂਦ ਹੈ ਇਹਦੇ ਵਿੱਚ ਸਾਧ ਸੰਗਤ ਜੀਓ ਬੰਦੇ ਦਾ ਜਿਹੜਾ ਦਿਮਾਗ ਹੈ ਉਹ ਜਾਗਦਾ ਹੁੰਦਾ ਹੈ ਤੇ ਸਰੀਰ ਸੁੱਤਾ ਪਿਆ ਹੁੰਦਾ। ਤੁਸੀਂ ਲਾਓ ਬੰਦੇ ਨੂੰ ਕੁਝ ਪਤਾ ਨਹੀਂ, ਘਰਾੜੇ ਮਾਰੀ ਜਾਓ ਮੇਰੇ ਵਾਂਗ, ਪਰ ਦਿਮਾਗ ਉਹਦਾ ਭਟਕਣਾ ਦੇ ਵਿੱਚ ਹੈ। ਤੇ ਜਿਹੜੀ ਸਮਾਧੀ ਹੈ ਜਾਂ ਸ਼ਾਂਤੀ ਦੀ ਨੀਂਦ ਹੈ, ਇਕਾਗਰਤਾ ਵਾਲੀ, ਇਹ ਬਿਲਕੁਲ ਉਲਟ ਹੈ। ਉਹ 'ਚ ਸਰੀਰ ਐਕਟੀਵਿਟੀ 'ਚ ਹੁੰਦਾ। ਤੁਸੀਂ ਵੇਖੋਗੇ ਵੀ ਸਰੀਰ ਕੰਮ ਵੀ ਕਰ ਰਿਹਾ, ਪੜ੍ਹਾਈ ਲਿਖਾਈ ਵੀ ਹੈ, ਕਿਸੇ ਨਾਲ ਫਤਿਹ ਦੀ ਸਾਂਝ ਵੀ, ਗੱਲਾਂ ਬਾਤਾਂ ਵੀ, ਬੰਦਾ ਬੈਠਾ ਵੀ ਹੈ ਸਭਾ ਸੁਸਾਇਟੀ 'ਚ, ਸਭ ਕੁਝ ਕਰ ਕਰਾ ਰਿਹਾ, ਪਰ ਉਹਦਾ ਜਿਹੜਾ ਦਿਮਾਗ ਹੈ ਉਹ ਦੁਨੀਆ ਵੱਲੋਂ ਸੁੱਤਾ ਹੋਇਆ ਹੈ। ਜਿਸ ਤਰ੍ਹਾਂ ਧੰਨੇ ਭਗਤ ਭਾਵਤ ਆਖਿਆ, ਭੋਲੇ ਪਾਏ ਮਿਲੇ ਰਗ ਰਾਇਆ। ਉਹਨਾਂ ਨੂੰ ਲੋਕ ਸੰਤ ਦੇ ਵਿੱਚ ਤੇ ਕਮਲੇ ਬੰਦੇ 'ਚ ਮਾੜਾ ਕੋਈ 19-21 ਦਾ ਫਰਕ ਹੋਊਗਾ, ਬਹੁਤਾ ਫਰਕ ਨਹੀਂ ਹੁੰਦਾ।
ਦੁਨੀਆ ਦੀ ਨਿਗਾਹ 'ਚ ਬੰਦਾ ਕਮਲਾ ਹੁੰਦਾ, ਕਹਿੰਦਾ ਵੀ ਇਹਦਾ ਦਿਮਾਗ ਕੰਮ ਨਹੀਂ ਕਰਦਾ, ਕਿਉਂਕਿ ਉਹ ਦਿਮਾਗ ਤੋਂ ਕੰਮ ਲੈਣ ਦੀ ਬਜਾਏ ਦੁਨਿਆਵੀ ਪਾਸੇ ਸੋਚਣ ਦੀ ਬਜਾਏ ਨਾਮ ਜੀ ਲਾਈ ਰੱਖਦੇ ਨੇ, ਪੁੱਠੇ ਪਾਸੇ ਦੀ ਸੋਚ ਨਹੀਂ ਕਰਦੇ, ਬਹੁਤੇ ਝਮੇਲਿਆਂ ਬਾਰੇ ਨਹੀਂ ਸੋਚਦੇ। ਤੇ ਇਸ ਲਈ ਉਹਨਾਂ ਦਾ ਦਿਮਾਗ ਦੁਨੀਆ ਵਾਲੇ ਪਾਸੇ ਸੁੱਤਾ ਪਿਆ ਹੁੰਦਾ, ਨਾਮ 'ਚ ਇਕਾਗਰ ਹੁੰਦਾ ਹੈ। ਤੇ ਸੁੱਤੇ ਦਾ ਮਤਲਬ ਸ਼ਾਂਤੀ ਵਿੱਚ ਹੁੰਦਾ, ਇਕਾਗਰਤਾ ਦੇ ਵਿੱਚ ਹੁੰਦਾ, ਤੇ ਟਿਕਿਆ ਹੁੰਦਾ, ਟਿਕਾ ਦੇ ਵਿੱਚ ਹੁੰਦਾ। ਤੋ ਇਸ ਲਈ ਉਹਨਾਂ ਦੀ ਭਟਕਣਾ ਮੁੱਕ ਜਾਂਦੀ ਹੈ। ਸ਼ਾਂਤੀ ਦੀ ਸਮਾਧੀ ਦੀ ਨੀਂਦ ਦੇ ਵਿੱਚ ਉਹ ਸਿਮਰਨ ਕਰਦੇ ਰਹਿੰਦੇ ਹਮੇਸ਼ਾ ਹੀ। ਜੇ ਕੋਈ ਗੱਲ ਕਹੋ ਉਹਨਾਂ ਨੂੰ ਸਮਝ ਨਹੀਂ ਆਉਂਦੀ, ਬਾਅਦ 'ਚ ਪੁੱਛੋ ਭੁੱਲ ਜਾਂਦੇ ਨੇ। ਤੋ ਇਸ ਤਰ੍ਹਾਂ ਇਹ ਗੁਰਮੁਖਾਂ ਦੀ ਅਵਸਥਾ ਹੈ। ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼, ਤਿੱਥੇ ਊਂਘ ਨਾ ਭੁੱਖ ਹੈ। ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਅਵਿਦਿਆ ਦੀ ਨੀਂਦ, ਮੋਹ ਦੀ ਨੀਂਦ ਦਾ ਮਾਰਿਆ ਬੰਦਾ ਗੁਲਾਟੇ ਮਾਰਦਾ ਰਹਿੰਦਾ। ਜਦ ਚੰਗਾ ਕੰਮ ਹੁੰਦਾ ਗੁਲਾਟੇ ਮਾਰਨੇ, ਜਦ ਬੁਰਾ ਕੰਮ ਹੋਇਆ ਬੁਰੇ ਕੰਮ ਕੋਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਤੋ ਨੀਂਦ ਸੁਹੇਲੀ ਨਾਮ ਕੀ ਲਾਗੀ ਪੁਜਾ। ਤੁਹਾਨੂੰ ਨਾਮ ਦੀ ਭੁੱਖ ਲੱਗ ਜਾਊਗੀ। ਜਿਸ ਬੰਦੇ ਨੂੰ ਭੁੱਖ ਲੱਗਦੀ ਹੈ, ਵੈਦ ਡਾਕਟਰ ਹਕੀਮ ਸਭ ਤੋਂ ਪਹਿਲਾਂ, ਖਾਸ ਕਰਕੇ ਜਿਹੜੇ ਦੇਸੀ ਬੰਦੇ ਨੇ, ਦੇਸੀ ਹਕੀਮ, ਜਦ ਉਹਨਾਂ ਕੋਲ ਦਵਾਈ ਲੈਣ ਜਾਈਦਾ ਤਾਂ ਉਹ ਪਹਿਲਾ ਸਵਾਲ ਇਹੀ ਕਰਦੇ ਭੁੱਖ ਲੱਗਦੀ ਹੈ। ਇਹ ਸਵਾਲ ਕੀ ਹੋਇਆ? ਆਪਾਂ ਬਿਮਾਰੀ ਦੀ ਦਵਾਈ ਲੈਣ ਆਏ ਆ, ਕਹਿੰਦੇ ਬਿਮਾਰੀ ਲੱਗੀ ਹੋਈ ਤਾਂ ਵੀ ਤੁਹਾਨੂੰ ਭੁੱਖ ਲੱਗਣੋਂ ਹਟ ਗਈ, ਅੰਦਰੋਂ ਕੁਛ ਨਾ ਕੁਛ ਸਿਸਟਮ ਵਿਗੜ ਗਿਆ। ਜੇ ਕੋਈ ਨਹੀਂ ਲੱਗਦੀ ਉਹ ਪਹਿਲਾਂ ਭੁੱਖ ਦਾ ਪ੍ਰਬੰਧ ਕਰਨਗੇ, ਫਿਰ ਕਹਿਣਗੇ ਨੀਂਦ ਆਉਂਦੀ ਹੈ। ਕੋਈ ਵੀ ਗੋਲੀ ਲੈ ਲਓ ਮੈਡੀਕਲ ਸਟੋਰ ਚੋਂ, ਉਹਦੇ ਚ ਨੀਂਦ ਦੇ ਤੱਤ ਹੋਣਗੇ। ਮੈਨੂੰ ਤਾਂ ਐਮਰਜੈਂਸੀ ਲੈਣੀ ਪਈ, ਮੈਂ ਤਾਂ ਹੱਥ ਜੋੜ ਕੇ ਪਹਿਲਾਂ ਹੀ ਕਹਿ ਦੇਣਾ ਵੀ ਗੋਲੀ ਉਹੋ ਜਿਹੀ ਦਿਓ ਜਿਹਦੇ ਚ ਨੀਂਦ ਨਾ ਹੋਏ। ਸਾਨੂੰ ਤਾਂ ਪਹਿਲਾਂ ਹੀ ਨਹੀਂ ਛੱਡਦੀ। ਉਹ ਅਗਲਾ ਹੱਸ ਪੈਂਦਾ, ਉਹ ਫਿਰ ਇੱਕ ਗੋਲੀ ਵਿੱਚੋਂ ਕੱਢ ਕੇ ਪਰੇ ਰੱਖ ਦਿੰਦੇ। ਤੇ ਹੁੰਦੀ ਸਾਰਿਆਂ ਜੀ ਹੈ। ਤੋ ਇਸ ਵਾਸਤੇ ਡਾਕਟਰ ਪਹਿਲਾਂ ਨੀਂਦ ਦਾ ਪ੍ਰਬੰਧ ਕਰਦੇ ਨੇ ਵੀ ਬੰਦਾ ਸੋਵੇ ਤੇ ਇਹਨੂੰ ਭੁੱਖ ਲੱਗੇ, ਬਿਮਾਰੀ ਆਪਣੇ ਆਪ ਹੀ ਖਤਮ ਹੋ ਜਾਂਦੀ। ਜਿਹੜਾ ਆਪਦੀ ਨੀਂਦ ਤੇ ਸੌਂਦਾ, ਭੁੱਖ ਤੇ ਪ੍ਰਸ਼ਾਦਾ ਛਕਦਾ, ਤੇ ਬਿਮਾਰੀ ਲੱਗਦੀ ਉਹ ਕੋਈ ਨਹੀਂ। ਇਹੀ ਤੰਦਰੁਸਤੀ ਦਾ ਖਜ਼ਾਨਾ। ਤੋ ਮਹਾਰਾਜ ਕਹਿੰਦੇ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ। ਜਦ ਭੁੱਖ ਲੱਗਣੀ ਸ਼ੁਰੂ ਹੋ ਗਈ ਵਾਹਿਗੁਰੂ ਵਾਹਿਗੁਰੂ ਦੀ, ਤਾਂ ਨੀਂਦ ਵੀ ਸੌਖੀ ਆਉਣ ਲੱਗ ਪਈ। ਦੋਵੇਂ ਗੱਲਾਂ ਆ ਗਈਆਂ, ਫਿਰ ਆਪਣੇ ਆਪ ਹੀ ਤੰਦਰੁਸਤੀ ਆ ਗਈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਜਿਹੜਾ ਵੇਲੇ ਸਿਰ ਰੋਟੀ ਖਾ ਕੇ ਸੌਂ ਗਿਆ, 7 ਵਜੇ ਪ੍ਰਸ਼ਾਦਾ ਛਕ ਲਿਆ, 2 ਘੰਟੇ ਬਾਅਦ 9 ਵਜੇ ਸੌਂ ਗਿਆ, 3 ਵਜੇ ਆਪਣੇ ਆਪ ਹੀ ਉੱਠ ਖੜਾ ਹੋ ਗਿਆ, ਨਹਾ ਧੋ ਕੇ ਗੁਰਦੁਆਰੇ ਆ ਗਿਆ। ਤੋ ਜਿਹੜੇ ਮੇਰੇ ਵਰਗੇ ਨੇ ਪ੍ਰਸ਼ਾਦਾ ਹੀ 12 ਵਜੇ ਛਕਣਾ, ਮੁੜ ਕੇ ਸੌਣਾ ਕਿਹੜੇ ਵੇਲੇ ਤੇ ਫਿਰ ਉੱਠਣਾ ਕਿਹੜੇ ਵੇਲੇ ਆ? ਸਭ ਸਿਸਟਮ ਅਪਸੈਟ ਹੋਇਆ ਪਿਆ, ਵਿਗੜਿਆ ਪਿਆ। ਇਸ ਲਈ ਮਹਾਰਾਜ ਕਹਿੰਦੇ ਪਹਿਲਾਂ ਭੁੱਖ ਦਾ ਪ੍ਰਬੰਧ ਕਰੋ, ਯਾਨੀ ਵਾਹਿਗੁਰੂ ਨਾਮ ਦੀ ਭੁੱਖ ਲੱਗਣੀ ਚਾਹੀਦੀ ਹੈ, ਤਾਂ ਹੀ ਨੀਂਦ ਸੁਹੇਲੀ ਹੋਊਗੀ। ਹਰ ਸਿਮਰਤ ਬਿਨਸੇ ਸਭ ਦੁਖ। ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਸਾਰੇ ਦੁੱਖ ਨਾਸ਼ ਹੋ ਜਾਂਦੇ ਨੇ। ਦੁੱਖ ਕਲੇਸ਼ ਨਾ ਭਾਉ ਵਿਆਪੈ, ਗੁਰ ਮੰਤਰ ਹਿਰਦੈ ਹੋਏ। ਤੁਹਾਡੇ ਹਿਰਦੇ 'ਚ ਗੁਰ ਮੰਤਰ ਚੱਲਦਾ ਹੋਊਗਾ ਤਾਂ ਤੁਹਾਡੇ ਦੁੱਖ ਕਲੇਸ਼ ਖਤਮ ਹੋ ਜਾਣਗੇ। ਕੁਦਰਤੀ ਜਿਹੜੀਆਂ ਬਿਮਾਰੀਆਂ ਨੇ ਆਪਾਂ ਇੱਥੇ ਛੱਡ ਜਾਂਦੇ, ਸਾਨੂੰ ਪਤਾ ਨਹੀਂ ਲੱਗਦਾ। ਤੋ ਉਂਝ ਮਾੜਾ ਮੋਟਾ ਤਾਂ ਬਿਮਾਰੀ ਸ਼ਮਾਰੀ ਆਈ ਰਹਿੰਦੀ, ਪਰ ਮਨ ਜਿਹੜਾ ਸਥਿਰ ਰਹਿੰਦਾ ਹੈ। ਸਹਿਜ ਆਨੰਦ ਕਰਹੁ ਮੇਰੇ ਭਾਈ। ਇਸ ਲਈ ਹੈ ਮੇਰੇ ਭਰਾਵੋ, ਤੁਸੀਂ ਗਿਆਨਵਾਨ ਬਣੋ। ਗਿਆਨ ਸਰੂਪ ਦੀ ਪ੍ਰਾਪਤੀ ਦੇ ਆਨੰਦ ਨੂੰ ਆਪਸ ਵਿੱਚ ਮਿਲ ਕੇ ਮੰਨਣਾ ਕਰੋ। ਗੁਰ ਪੂਰੈ ਸਭ ਚਿੰਤ ਮਿਟਾਈ। ਪੂਰਿਆਂ ਗੁਰਾਂ ਨੇ ਗੁਰਮੁਖ ਜਨਾਂ ਦੇ ਅੰਦਰੋਂ ਸਾਰੀ ਚਿੰਤਾ ਸੋਚ ਫਿਕਰ ਮਿਟਾ ਦਿੱਤਾ ਹੈ। ਪ੍ਰਤੱਖ ਵੇਖੋ ਗੁਰਦੁਆਰੇ ਪ੍ਰਮਾਣ ਦੀ ਲੋੜ ਹੀ ਨਹੀਂ। ਪ੍ਰਮਾਣ ਤਾਂ ਉੱਥੇ ਦੇਵੇ ਜਿੱਥੇ ਪ੍ਰਤੱਖ ਨਹੀਂ ਹੈ। 2 ਚੀਜ਼ਾਂ ਦੀ ਚਿੰਤਾ ਹੁੰਦੀ ਬੰਦੇ ਨੂੰ, ਇੱਕ ਪੈਸੇ ਦੀ ਤੇ ਇੱਕ ਰੋਟੀ ਦੀ, ਰਹਿਣ ਬਹਿਣ ਦੀ, ਮਕਾਨ ਆਪਣਾ, ਕੁੱਲੀ ਗੁੱਲੀ ਤੇ ਜੁੱਲੀ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਚਰਨਾਂ ਨਾਲ ਜੁੜਦਾ, ਸਭ ਤੋਂ ਪਹਿਲਾਂ ਤਾਂ ਕੁੱਲੀ ਦਾ ਪ੍ਰਬੰਧ ਹੁੰਦਾ ਵੀ ਇਹਦੀ ਰੈਸ਼ ਕਰੋ, ਤੇ ਗੁੱਲੀ ਗੁਰੂ ਕੇ ਲੰਗਰ ਦੇ ਵਿੱਚ ਪ੍ਰਸ਼ਾਦਾ ਇਹਨੂੰ ਮਿਲਣਾ ਚਾਹੀਦਾ, ਤੇ ਜੁੱਲੀ ਬਸਤਰ ਹੋਣਾ ਚਾਹੀਦਾ।
ਮਾਇਆ ਤੇਲਾ। ਤੋ ਗੁਰੂ ਮਹਾਰਾਜ ਦਾ ਆਪ ਦਾ ਪ੍ਰਬੰਧ। ਆਪਾਂ ਸੋਚਦੇ ਹਾਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸੇਵਾਦਾਰ ਹਾਂ। ਮੈਂ ਤਾਂ ਕਈ ਵਾਰ ਸੋਚ ਹੰਭ ਜਾਣਾ ਵੀ ਆਪਾਂ ਸੇਵਾ ਕਿੱਥੋਂ ਕਰਦੇ। ਗੁਰੂ ਗ੍ਰੰਥ ਸਾਹਿਬ ਸਾਡੀ ਸੇਵਾ ਕਰਦਾ। ਬੱਚੇ ਨੂੰ ਭੁਲੇਖਾ ਹੁੰਦਾ ਵੀ ਸ਼ਾਇਦ ਮਾਂ ਪਿਓ ਨੂੰ ਮੈਂ ਸਾਂਭਦਾ, ਪਰ ਜਿਹੜਾ ਮਾਂ ਪਿਓ ਦੀ ਸੰਭਾਲ ਹੈ ਉਹਦੇ ਵੱਲ ਖਿਆਲ ਕਰੋ। ਜਿਨ੍ਹਾਂ ਤੋੜ ਬੁਰਕੀਆਂ ਮੂੰਹ 'ਚ ਪਾਈਆਂ ਤੇ ਉਂਗਲ ਫੜ ਕੇ ਮਾਸਟਰ ਕੋਲ ਲੈ ਕੇ ਗਏ, ਪਰ ਊੜਾ ਊਠ ਇੱਕ ਇੱਕ ਅੱਖਰ ਪੜ੍ਹਾਇਆ, ਮੱਤਾਂ ਦਿੱਤੀਆਂ। ਇਉਂ ਗੁਰੂ ਗ੍ਰੰਥ ਸਾਹਿਬ ਸਾਡੀ ਸੇਵਾ 'ਚ ਹਾਜ਼ਰ ਖੜਾ ਜੇ ਹਰ ਵਕਤ। ਆਪਾਂ ਦਾ ਦਿਨ ਜਿਹੜੇ ਵੇਖੋ ਕਿੰਨੀ ਧੁੱਪ ਚੜੀ ਹੈ। ਹੁਣ ਆਪਾਂ ਆਏ ਆ ਤੇ ਮਹਾਰਾਜ ਦੀ ਸੇਵਾ ਵੇਖੋ 2 ਵਜੇ ਤੋਂ ਸ਼ੁਰੂ ਹੋ ਗਈ ਹੈ। ਕਦੋਂ ਦੇ ਗੁਰੂ ਸਾਹਿਬ ਬੈਠੇ ਹੋਏ ਨੇ, ਪਹਿਲਾਂ ਹੀ ਸਾਡੇ ਵਾਸਤੇ ਪ੍ਰਬੰਧ ਟੇਬਲ ਤੇ ਆ ਗਿਆ। ਤੋ ਇਸ ਵਾਸਤੇ ਅੰਮ੍ਰਿਤ ਵੇਲੇ ਮੈਂ ਤਾਂ ਹਮੇਸ਼ਾ ਸੋਚਦਾ ਵੀ ਕਿਹੜੀ ਮਾਂ ਜਾਂ ਕਿਹੜੀ ਭੈਣ ਹੈ ਜਿਹੜੀ ਆਪਦੇ ਘਰਦਿਆਂ ਨੂੰ ਸਵੇਰੇ 4 ਵਜੇ ਦੇਸੀ ਘੋਣਾ ਚੋਪੜ ਕੇ ਤੇ ਗਰਮ ਪ੍ਰਸ਼ਾਦਾ ਛਕਾਉਂਦੀ ਹੋਊਗੀ। ਚਾਹ ਨਹੀਂ ਮਿਲਦੀ ਜੁੜਦੀ, ਬੰਦੇ ਨੇ ਸੌਣਾ ਨਹੀਂ, ਸਾਰੀ ਦਿਹਾੜੀ ਬੰਦਾ ਕੰਮ ਕਰਦਾ ਥੱਕ ਜਾਂਦਾ, ਕਿਹੜਾ ਤੁਹਾਨੂੰ 4 ਵਜੇ ਚਾਹ ਬਣਾ ਕੇ ਦੇਵੇ। ਆਪਾਂ ਤਾਂ ਵਿਹਲੇ ਹਾਂ ਜੇ ਉੱਠ ਖਲੋਤੇ ਗੁਰਦੁਆਰੇ ਲਈ। ਤੋ ਚਾਹ ਬਣਾਉਣੀ ਔਖੀ ਹੁੰਦੀ ਤੇ ਮਹਾਰਾਜ ਦੇ ਲੰਗਰ 'ਚ ਵੇਖੋ 4 ਵਜੇ। ਇੱਥੇ ਹੀ ਨਹੀਂ, ਜਿੱਥੇ ਬੰਦੇ ਨੂੰ ਬੰਦਾ ਨਹੀਂ ਪਹਿਚਾਣਦਾ, ਇੱਕ ਦੂਜੇ ਨੂੰ ਇਨਸਾਨ ਭੁੱਲ ਜਾਂਦਾ। ਕੈਨੇਡਾ ਐਪਸਫੋਰਡ ਮੈਂ ਵੇਖਦਾ ਰਿਹਾ, ਅੰਮ੍ਰਿਤ ਵੇਲੇ 4 ਵਜੇ ਸੰਗਤ ਦਾ ਪ੍ਰਬੰਧ ਹੋ ਜਾਂਦਾ, ਮਿੱਸੇ ਪ੍ਰਸ਼ਾਦੇ। ਤੋ ਪ੍ਰਤੱਖ ਇਹੀ ਚਿੰਤਾ ਹੁੰਦੀ ਬੰਦੇ ਨੂੰ, ਤੇ ਇਹਦਾ ਸਾਰਾ ਹੀ ਪ੍ਰਬੰਧ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਕੀਤਾ ਹੋਇਆ। ਦੱਸੋ ਵੀ ਚਿੰਤਾ ਕਾਹਦੀ। ਗੁਰ ਪੂਰੇ ਸਭ ਚਿੰਤ ਮਿਟਾਈ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦੁਆਰੇ ਤੇ ਜਾ ਕੇ ਵੇਖੋ ਕਿੰਨੇ ਨਿਮਾਣੇ ਨਤਾਣੇ ਗਰੀਬ ਅਨਾਥ, ਸਭ ਦੁਨੀਆ ਦੀ ਚਿੰਤਾ ਮਹਾਰਾਜ ਨੇ ਮਿਟੀ ਹੋਈ ਹੈ। ਆਠ ਪਹਿਰ ਪ੍ਰਭ ਕਾ ਜਪ ਜਾਪ। ਤੇ ਅਸੀਂ ਨਿਕੰਮੇ, ਕਿਹੜਾ ਸਾਨੂੰ ਚੰਗਾ ਆਖੂਗਾ। ਫਿਰ ਵੀ ਆਪਾਂ ਜਪਜੀ ਸਾਹਿਬ ਦਾ ਪਾਠ ਤੱਕ ਨਹੀਂ ਕਰਦੇ, ਕੋਈ ਵਾਹਿਗੁਰੂ ਨਾਮ ਦੀ ਮਾਲਾ ਨਹੀਂ, ਕੋਈ ਮੂਲ ਮੰਤਰ ਦਾ ਸਿਮਰਨ ਨਹੀਂ। ਮਾਰੇ ਕਹਿੰਦੇ ਗੁਰਮੁਖੋ ਜਿੰਨਾ ਰੱਬ ਨੇ ਤੁਹਾਨੂੰ ਦਿੱਤਾ ਹੋਇਆ, ਤੁਹਾਡੀ ਮਿੱਟੀ ਵੇਖੋ ਸੋਨਾ ਬਣਾਤੀ ਪਰਮੇਸ਼ਰ ਨੇ। ਲੋਕ ਸੋਨਾ ਵੇਖ ਵੇਖ ਰੋਂਦੇ ਨੇ, ਮੁੱਲ ਘਟ ਗਿਆ। ਤੁਹਾਡੀ ਮਿੱਟੀ ਨੂੰ ਸੋਨਾ ਬਣਾਤਾ ਤੇ ਤੁਸੀਂ ਫਿਰ ਵੀ ਨਾਮ ਨਹੀਂ ਜਪਦੇ। ਦੱਸੋ, ਗੱਜ ਕੇ ਆਖੋ ਸਤਨਾਮ ਸ੍ਰੀ। ਕਿੰਨਾ ਮਹਾਰਾਜ ਨੇ ਦਿੱਤਾ ਹੋਇਆ, ਵੰਡਿਆ ਵੀ ਨਹੀਂ ਮੁੱਕਦਾ। 8 ਪਹਿਰ ਤੁਹਾਨੂੰ ਰੱਬ ਦੇ ਨਾਮ ਦੀ ਮਾਲਾ ਫੇਰਨੀ ਚਾਹੀਦੀ ਹੈ। ਵੇਖੋ ਭਗਤਾਂ ਨੇ ਵੀ ਹਨੋਰੇ ਦਿੱਤੇ ਨੇ ਪਰਮੇਸ਼ਰ ਨੂੰ, ਵੀ ਆਹ ਆਪਦੀ ਮਾਲਾ ਲੈ ਲਾ। ਭੁੱਖੇ ਭਗਤ ਨਾ ਕੀਜੇ ਜਾਂ ਮਾਲਾ ਆਪਣੀ ਲੀਜੇ। ਸਾਡੀ ਕਦੀ ਨੌਬਤ ਹੀ ਨਹੀਂ ਆਈ, ਸਾਨੂੰ ਮਰਨ ਇੰਨਾ ਹੀ ਦੇ ਦਿੱਤਾ। ਵੇਖੋ ਕਮਾਈਆਂ ਕਰਨ ਵਾਲੇ ਤਾਂ ਹੋਰ ਹੀ ਸੀਗੇ, ਤੇ ਅਸੀਂ ਤਾਂ ਉਹਨਾਂ ਦੀਆਂ ਕਮਾਈਆਂ ਖਾਂਦਿਆਂ ਨਹੀਂ। ਵੇਖੋ ਮੁੱਕਦੀ ਨਹੀਂ। ਐਸੀ ਮਹਾਰਾਜ ਦੀ ਕਿਰਪਾ ਹੈ। ਨਾਨਕ ਰਾਖਾ ਹੁਆ ਆਪ। ਸਤਿਗੁਰੂ ਮਹਾਰਾਜ ਕਹਿੰਦੇ ਜੋ ਪ੍ਰਭੂ ਨੂੰ ਜਪਣਾ ਕਰਦਾ ਉਹਦਾ ਪਰਮੇਸ਼ਰ ਆਪ ਰਖਵਾਲਾ ਹੁੰਦਾ। ਰਖਵਾਲਾ ਗੋਬਿੰਦ ਰਾਏ ਭਗਤਾਂ ਕੀ ਰਾਸ। ਸੋ ਗੁਰੂ ਸਾਹਿਬ ਦੇ ਲੜ ਲੱਗੀਏ, ਮਹਾਰਾਜ ਤੇ ਭਰੋਸਾ ਰੱਖੀਏ। ਸੱਚੇ ਪਾਤਸ਼ਾਹ ਸਾਡੇ ਤੇ ਹਰੇਕ ਪ੍ਰਕਾਰ ਦੀ ਕਿਰਪਾ ਰੱਖਣਗੇ। ਭੁੱਲਾਂ ਚੁੱਕਾਂ ਖਿਮਾ ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਣੀ। ਸਹਿਜ ਆਨੰਦ ਕਰਹੁ ਮੇਰੇ ਭਾਈ, ਗੁਰ ਪੂਰੈ ਸਭ ਚਿੰਤ ਮਿਟਾਈ। ਆਠ ਪਹਿਰ ਪ੍ਰਭ ਕਾ ਜਪ ਜਾਪ, ਨਾਨਕ ਰਖਵਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਸਤਿਗੁਰ ਤਾਂ ਬਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈਆਂ। ਰਾਗ ਰਤਨ ਬਰਵਾਰ ਬੜੀਆਂ ਸ਼ਬਦ ਗਾਂ ਬਣਿਆ। ਸਭ ਦੂਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਮਨ ਮੇਰੇ ਦੁਖ ਸਭ ਸਾਰਨਾ। ਕਾਰੂ ਕਰੇ ਤੇਰਾ ਕਾਜ ਸਭ ਸਵਾਰਣਾ। ਸਭਨਾ ਗੱਲਾਂ ਸਮਰਥ ਸੁਆਮੀ, ਸੋ ਕਿਉ ਮਨੋ ਵਸਾਰੇ। ਕਹੈ ਨਾਨਕ ਮਨ ਮੇਰੇ ਸਦਾ